ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਣੀ ਸਾਹਿਬ ਅਸ਼ਟਪਦੀ 17ਵੀਂ। ਸ਼ਲੋਕ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੁਖਮਨੀ ਸਾਹਿਬ 'ਚ ਸਤਿਗੁਰਾਂ ਨੇ ਸ਼ਲੋਕ ਲਿਆ ਵਾ। ਯਾਦ ਗ੍ਰੰਥ ਸਾਹਿਬ ਜਿੱਥੋਂ ਸ਼ੁਰੂ ਹੁੰਦਾ ਹੈ, ਮੂਲ ਮੰਤਰ ਤੋਂ ਬਾਅਦ ਇਹ ਸ਼ਲੋਕ ਆਉਂਦਾ ਹੈ। ਆਦਿ ਸੱਚ ਜੁਗਾਦ ਸੱਚ। ਆਦਿ ਤੋਂ ਭਾਵ ਮੂਲ ਮੁੱਢ ਸ੍ਰਿਸ਼ਟੀ ਸੱਚ ਨੇ ਪੈਦਾ ਕੀਤੀ ਹੈ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭ। ਹਾਂ, ਜਿਹਨੇ ਪੈਦਾ ਕੀਤੇ ਸਿਰਜਣਹਾਰ ਨੇ ਉਹੀ ਸੰਭਾਲ ਕਰ ਰਿਹਾ। ਪਰ ਸਾਨੂੰ ਐਂ ਲੱਗ ਰਿਹਾ ਵਾ ਝੂਠ ਨੂੰ ਵੀ ਅਸੀਂ ਪਾਲਣਾ ਕਰ ਰਹੇ ਹਾਂ। ਝੂਠ, ਮਾਇਆ, ਸੱਚ, ਪਰਲੋਕ, ਆਲੋਕ ਅਤੇ ਪਰਲੋਕ ਦੋ ਨੇ। ਬਾਣੀ ਵਿੱਚ ਇਹਨੂੰ ਦੁੱਖ ਸਾਗਰ ਕਰਕੇ ਅਤੇ ਪਰਲੋਕ ਨੂੰ ਸੁੱਖ ਸਾਗਰ ਕਰਕੇ ਸਮਝਾਇਆ ਗਿਆ ਸਾਨੂੰ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਦੁੱਖ ਪਰ ਹਰ ਸੁੱਖ ਕਰ ਲੈ। ਹਾਂ, ਦੁੱਖ ਸਾਗਰ ਚੋਂ ਕੱਢ ਕੇ ਸੁੱਖ ਸਾਗਰ। ਸੁੱਖ ਸਾਗਰ ਕੀ ਸੱਚ, ਦੁੱਖ ਸਾਗਰ ਕੀ ਝੂਠ। ਸੱਚ ਨੇ ਪੈਦਾ ਕੀਤੀ ਹੈ। ਸੱਚ ਜਦੋਂ ਸ੍ਰਿਸ਼ਟੀ ਸਾਜਦਾ ਹੈ, ਹੁਕਮ ਪੈਦਾ ਹੁੰਦਾ ਹੈ, ਫਿਰ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ। ਆਪਾਂ ਚੌਪਾਈ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਜਬ ਉਦ ਕਰ ਕਰਾਂ ਕਰਤਾਰਾ ਪਰਜਾ ਧਰਤਾ ਦੇ ਦੇ ਅਪਾਰ, ਜਬ ਆ ਕਰ ਤੋ ਕਬੂੰ ਤੁਮ ਮੈਂ ਮਿਲਤ ਦੇ ਤਰਸ। ਹਾਂ, ਸਤਿਗੁਰ ਸਮਝਾਉਂਦੇ ਨੇ ਵੀ ਜਦੋਂ ਹੁਕਮ ਤੋਂ ਭਾਵ ਕੁਦਰਤ ਜੋ ਸ੍ਰਿਸ਼ਟੀ ਸਾਜਦੀ ਹੈ, ਉਹ ਆਪਦਾ ਹੁਕਮ ਪੈਦਾ ਕਰਦੀ। ਹੁਕਮ ਤੋਂ ਬਾਅਦ ਫਿਰ ਇਹ ਜੀਵ ਜਿਹੜਾ ਪ੍ਰਿਥਵਖੰਡਾ ਸਾਜ ਕੀਤਾ ਸੰਸਾਰ ਉਹ ਪਾਇਆ। ਸੰਸਾਰ ਕਿਵੇਂ ਪੈਦਾ ਹੁੰਦਾ ਹੈ? ਪਾਪ ਪੁੰਨ ਦੋ ਭਾਏ, ਦੋਹੋਂ ਮਿਲ ਸ੍ਰਿਸ਼ਟ ਹੋਏ। ਪਾਪ ਤੋਂ ਬਿਨਾਂ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ। ਉਹੀ ਸਤਿਗੁਰ ਸਮਝਾ ਰਹੇ ਨੇ। ਸੱਚ ਜਦੋਂ ਸ੍ਰਿਸ਼ਟੀ ਪੈਦਾ ਕਰਦਾ ਹੈ ਹੁਕਮ, ਤਾਂ ਫਿਰ ਇਹਦੇ ਗੁਰਬਾਣੀ 'ਚ ਆਪਾਂ ਨੂੰ ਸਮਝਾਇਆ ਗਿਆ। ਦੋ ਪਾਠ ਬਣ ਗਏ ਮਨ ਚਿੱਤ। ਖੰਡਿਆ ਗਿਆ ਮਨ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਕਸ਼ਮਣ ਵਿਛੜ ਗਏ। ਰਾਮ ਆਪਦੇ ਮੂਲ ਨਾਲੋਂ ਸੱਚਖੰਡ 'ਚੋਂ ਵਿਛੜ ਗਿਆ। ਉਹਨੂੰ ਤ੍ਰੇਤਾ ਕਿਹਾ ਗਿਆ ਬਾਣੀ ਵਿੱਚ, ਪਰ ਇਹਦੇ ਵੀ ਬਹੁਤ ਭਰਮ ਪਾਏ ਗਏ ਨੇ। ਇਹ ਆਤਮਾ ਦੀਆਂ ਅਵਸਥਾ ਦੇ ਨਾਂ ਨੇ। ਜਿਵੇਂ ਜਿਵੇਂ ਆਈ ਹੈ ਆਤਮਾ, ਉਵੇਂ ਹੀ ਹੁਣ ਜਾਊਗੀ। ਸਤਿਯੁਗ ਤੋਂ ਆਤਮਾ ਟੁੱਟਦੀ ਹੈ, ਹੁਕਮ ਹੁੰਦਾ ਹੈ ਤਾਂ ਤ੍ਰੇਤਾ ਆ ਜਾਂਦਾ, ਉਹਨੂੰ ਦੇਵਲੋਕ ਕਿਹਾ। ਜਿਵੇਂ ਇਹਨਾਂ ਨੇ ਯੁੱਗ ਬਣਾਤੇ ਸੰਸਾਰੀ ਮੱਤਾਂ ਨੇ ਵੀ ਤ੍ਰੇਤੇ 'ਚ ਰਾਮ ਆਇਆ, ਦੁਆਪਰ 'ਚ ਕ੍ਰਿਸ਼ਨ ਆਇਆ। ਇਹ ਅਵਸਥਾ ਦੇ ਨਾਂ ਹੀ ਨੇ। ਫਿਰ ਉਹ ਤ੍ਰੇਤਾ ਆ ਜਾਂਦਾ, ਤ੍ਰੇਤੇ ਤੋਂ ਬਾਅਦ ਦੁਆਪਰ ਆ ਜਾਂਦਾ। ਦੁਆਪਰ ਗਰਭ ਦੇ ਵਿੱਚ ਮਨ ਇਹ ਕਾਲਾ ਹੋ ਜਾਂਦਾ ਹੈ, ਮਾਇਆ ਨਾਲ ਜੁੜ ਕੇ। ਜਨਮ ਜਨਮ ਕਾ ਵਿਛੜਿਆ ਇਹ ਮਨ ਕਾਲਾ ਹੁਆ ਸਿਆਹੂ, ਖਨਲੀ ਧੋਤੇ ਉਜਲ ਨਾ ਹੋਵੇ, ਜੈਸੋ ਧੋਵਣ ਪਾਓ। ਹੁਣ ਧੋਂਦਾ ਸਰੀਰ ਨੂੰ, ਇਹ ਸੱਚ ਦਾ ਇਹਨੂੰ ਗਿਆਨ ਨਹੀਂ ਹੈਗਾ। ਬਾਣੀ ਸਾਨੂੰ ਸੱਚ ਦਾ ਗਿਆਨ ਕਰਾਉਂਦੀ ਹੈ। ਆਦਿ ਸੱਚ, ਇਹਦਾ ਮੂਲ ਕੀ ਹੈ? ਸੱਚ ਨੇ ਪੈਦਾ ਕੀਤੀ ਹੈ। ਜਦ ਤੱਕ ਸੱਚ ਰਹਿੰਦਾ ਸਾਨੂੰ ਸੱਚ ਲੱਗਦੀ ਹੈ। ਜੁਗਾਦ ਸੱਚ, ਯੁੱਗਾਂ ਦਾ ਸ਼ੁਰੂ ਹੋ ਜਾਣਾ। ਯੁੱਗ ਹੁੰਦਾ ਸਮਾਂ, ਸਮੇਂ ਦੇ ਵਿੱਚ ਸਾਡੀਆਂ ਅਵਸਥਾ ਨੇ, ਉਹਨਾਂ ਨੂੰ ਬਿਆਨਿਆ ਗਿਆ ਵਾ। ਕਿਸੇ ਦੇ ਅੰਦਰ ਕਲਪਨਾ ਜ਼ਿਆਦਾ ਹੈ, ਕੋਈ ਲੋਭ ਨਾਲ ਜ਼ਿਆਦਾ ਜੋੜਿਆ, ਕੋਈ ਮੋਹ ਨਾਲ। ਇਹ ਤ੍ਰੈ ਗੁਣ ਦੇ ਵਿੱਚ ਉਹਨੇ ਸੰਸਾਰ ਰਚਿਆ ਕੁਦਰਤ ਨੇ। ਉਹੀ ਸਤਿਗੁਰ ਸਮਝਾ ਰਹੇ ਨੇ। ਹੈ ਵੀ ਸੱਚ, ਹੁਣ ਵੀ ਸੱਚ ਹੈਗਾ ਵਾ, ਹਮੇਸ਼ਾ ਰਹੂਗਾ। ਨਾਨਕ ਹੋਸੀ ਭੀ ਸੱਚ। ਸੰਸਾਰ ਰਹੇ ਨਾ ਰਹੇ, ਸੱਚ ਹਮੇਸ਼ਾ ਹੀ ਰਹਿੰਦਾ ਵਾ। ਸੱਚ ਕੀ ਹੈ ਅਤੇ ਝੂਠ ਕੀ ਹੈ, ਇਹ ਸਾਨੂੰ ਸੱਚ ਦੇ ਗਿਆਨ ਤੋਂ ਪਤਾ ਲੱਗਣਾ ਵਾ। ਸੱਚ ਦਾ ਗਿਆਨ ਸਾਨੂੰ ਕਿਵੇਂ ਹੋਊਗਾ? ਜਦੋਂ ਅਸੀਂ ਗੁਰਸ਼ਬਦ ਦੀ ਕਮਾਈ ਕਰਾਂਗੇ, ਗੁਰਸ਼ਬਦ ਨੂੰ ਵਿਚਾਰਾਂਗੇ, ਉਹ 'ਚੋਂ ਸਾਨੂੰ ਗਿਆਨ ਪੈਦਾ ਹੋਊਗਾ। ਉਹ ਪਹਿਲਾ ਪਦਾਰਥ ਹੈ। ਕਿਉਂਕਿ ਸੁਖਮਨੀ ਸਾਹਿਬ 'ਚ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ। ਹਾਂ, ਸਾਧ ਜਨਾਂ ਦੀ ਬਾਣੀ ਹੈ ਇਹ।
ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਾ, ਫੇਰ ਹੀ ਆਪਾਂ ਨੂੰ ਇਹ ਜਿਹੜੇ ਹੈਗੇ ਪਦਾਰਥ ਪ੍ਰਾਪਤ ਹੋਣੇ ਨੇ। ਸਭ ਤੋਂ ਪਹਿਲਾ ਪਦਾਰਥ ਸਾਨੂੰ ਜਿਹੜਾ ਪ੍ਰਾਪਤ ਹੋਣਾ ਹੈ ਗਿਆਨ। ਗਿਆਨ ਤੋਂ ਬਾਅਦ ਹੀ ਸਾਨੂੰ ਇਹ ਸਾਰੀ ਖੇਲ ਸਮਝ ਆਉਣੀ ਹੈ, ਸੱਚ ਕੀ ਹੈ ਤੇ ਝੂਠ ਕੀ। ਹੁਣ ਅਸੀਂ ਝੂਠ ਨਾਲ ਜੁੜੇ ਹਾਂ, ਝੂਠ ਨੂੰ ਸੱਚ ਮੰਨੀ ਜਾਂਦੇ ਹਾਂ। ਸਾਰਾ ਸੰਸਾਰ ਹੀ ਮੰਨਦਾ। ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ। ਹਾਂ ਸਮਾਂ ਆ ਜਾਂਦਾ ਜਾਨੂੰ ਕਾਲ ਆ ਜਾਂਦਾ, ਸਾਡਾ ਜੀਵਨ ਹੀ ਨਿਕਲ ਜਾਂਦਾ ਵਾ, ਕਿਉਂਕਿ ਸੱਚ ਮੰਨੀ ਬੈਠੇ ਹਾਂ ਅਸੀਂ ਝੂਠ ਨੂੰ। ਝੂਠ ਔਰ ਸੱਚ ਨੂੰ ਬਾਣੀ ਨੇ ਖੇਡ ਕੇ ਸਾਨੂੰ ਸਮਝਾਉਂਦੀ ਹੈ। ਜਿੰਨੇ ਮਾਇਆ ਦੇ ਪ੍ਰਮਾਣ ਗੁਰਬਾਣੀ ਦਿੱਤੇ ਗਏ ਨੇ ਉਹ ਨਿਰਾਕਾਰ ਦੁਨੀਆ ਨੂੰ ਸਮਝਣ ਖਾਤਰ ਨੇ ਸਰ, ਕਿਉਂਕਿ ਸਾਡੀ ਅੱਖਾਂ ਕੰਨਾਂ ਦਾ ਵਿਸ਼ਾ ਨਾ ਹੋਣ ਕਰਕੇ, ਉਹ ਸਾਡੀ ਬੁੱਧੀ ਦਾ ਵਿਸ਼ਾ ਨਾ ਹੋਣ ਕਰਕੇ ਇਹ ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਇਹ ਕੁਦਰਤ ਨੇ ਕਿਰਪਾ ਕੀਤੀ ਹੈ। ਇਹ ਜਿਹੜੀ ਬਾਣੀ ਪ੍ਰਗਟ ਰੂਪ 'ਚ ਅੱਜ ਆਪਣੇ ਕੋਲੇ ਸਤਿਗੁਰਾਂ ਨੇ ਰਾਹੀਂ ਕੁਦਰਤ ਨੇ ਸਾਨੂੰ ਦਿੱਤੀ ਹੈ। ਅਸੀਂ ਇਹਦੇ ਅਨੁਸਾਰ ਚੱਲਣਾ ਵਾ। ਜਿਹੜੀ ਸਾਡੀਆਂ ਮੱਤਾਂ ਨੇ ਸੰਸਾਰੀ, ਉਹ ਸਾਰੀਆਂ ਮਾਨਵ ਸੋਚਾਂ ਨੇ, ਉਹ ਗੁਰਬਾਣੀ ਸਾਨੂੰ ਸਮਝਾਇਆ ਹੀ ਕਿਹਾ ਵਾ। ਦੁਰਮਤ, ਮਨਮਤ, ਗੁਰਮਤ, ਇਹ ਅਸੀਂ ਛੱਡਤੀਆਂ। ਹੁਣ ਅਸੀਂ ਜਿਹੜੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੇ, ਉਹਨਾਂ ਨੂੰ ਪਿਛਲੀ ਵਿਚਾਰ ਕਰਨ ਦੀ ਕੋਈ ਲੋੜ ਨਹੀਂ ਹੈਗੀ। ਹੁਣ ਅਸੀਂ ਗੁਰਮਤ ਕਿਵੇਂ ਲੈਣੀ ਹੈ, ਗੁਰ ਕੀ ਮਤ ਸਾਨੂੰ ਕਿਵੇਂ ਮਿਲੇ, ਉਹੀ ਵਿਚਾਰ ਕਰਨੀ ਹੈ। ਗੁਰ ਕੀ ਮਤ ਤੋਂ ਹੀ ਸਾਨੂੰ ਸਾਰੀ ਇਹ ਖੇਲ ਸਮਝ ਆਉਣੀ ਹੈ। ਯੁੱਗ ਕੀ ਹੈ, ਆਦ ਸੱਚ ਕੀ ਹੈ, ਹੈਪੀ ਸੱਚ ਕਿਵੇਂ ਹਮੇਸ਼ਾ ਰਹਿੰਦਾ ਵਾ, ਉਹ ਅੱਗੇ ਨੂੰ ਵੀ ਰਹਿੰਦਾ, ਅਸੀਂ ਕਿਉਂ ਨਹੀਂ ਰਹਿਣਾ। ਇਹ ਸਾਰਾ ਜਿਹੜਾ ਖੇਲ ਹੈ ਇਹ ਸਾਨੂੰ ਸੱਚ ਦੇ ਗਿਆਨ ਤੋਂ ਬਾਅਦ ਸਮਝ ਆਉਣਾ। ਯੁੱਗ ਹੁੰਦਾ ਸਮਾਂ, ਜਦ ਤੱਕ ਜੀਵ ਆਤਮਾ ਜਨਮ ਮਰਨ 'ਚ ਰਹਿੰਦੀ ਹੈ ਸਮਾਂ ਹੀ ਚੱਲਦਾ ਰਹਿੰਦਾ। ਕਦੋਂ ਸਮਾਪਤੀ ਕਰਨੀ ਹੈ ਉਹਨੇ, ਕੁਦਰਤ ਨੇ, ਇਹ ਕੋਈ ਨਹੀਂ ਜਾਣਦਾ ਹੈਗਾ। ਤਿਰਥਵਾਰ ਨਾ ਜੋਗੀ ਜਾਣੇ ਰੁੱਤਮਾਨ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਆਪੇ ਜਾਣੇ। ਹਾਂ ਜੀ, ਨੇ ਸਾਜੀ ਹੈ ਭਾਈ, ਉਹੀ ਜਾਣਦਾ ਵਾ। ਹੁਣ ਅੱਗੇ ਸਤਿਗੁਰ ਸਾਹਿਬ ਆਪਾਂ ਨੂੰ ਸਮਝਾਉਣਗੇ 8 ਪਦਿਆਂ ਦੇ ਵਿੱਚ ਸੱਚ ਕੀ ਹੈ, ਸੱਚ ਨਾਲ ਜੁੜਨ ਵਾਲੇ ਕੀ ਪ੍ਰਾਪਤੀ ਹੁੰਦੀ ਹੈ, ਉਹ ਗਾਂ ਕੀ ਕਮਾਈ ਕਰਦੇ ਨੇ, ਕਿਵੇਂ ਸਿੱਖ ਸੰਗਤ ਨੂੰ ਸਮਝਾਉਂਦੇ ਨੇ, ਕਿਵੇਂ ਕਿਵੇਂ ਸਾਡੀਆਂ ਅਵਸਥਾਂ ਬਦਲਦੀਆਂ ਨੇ, ਸੱਤ ਨਾਲ ਅਸੀਂ ਕਿਵੇਂ ਜੁੜਨਾ ਵਾ। ਇਹ ਹੁਣ ਸਾਰੇ ਆਪਾਂ ਨੂੰ ਅੱਗੇ ਪਦਿਆਂ ਰਾਹੀਂ ਸਤਿਗੁਰੂ ਸਮਝਾਉਣਗੇ। ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਪਹਿਲਾਂ ਅਸੀਂ ਸਰੀਰ ਕਰਕੇ ਧਰਮ ਕਰਮ ਕਰਦੇ ਹਾਂ ਜਿਹੜੇ ਸਾਰੇ, ਸਾਨੂੰ ਸੱਚ ਦਾ ਗਿਆਨ ਨਹੀਂ ਹੁੰਦਾ। ਉਹ ਸਾਡੇ ਜਿੰਨੇ ਵੀ ਧਰਮ ਸਥਾਨ ਬਣੇ ਨੇ, ਸਰੀਰਾਂ ਦੀ ਗਤੀ ਕਰਦੇ ਹਾਂ ਅਸੀਂ, ਤੀਰਥ ਇਸ਼ਨਾਨ ਜਾਂਦੇ ਹਾਂ, ਪਰ ਇਹ ਆਤਮ ਕਰਮ ਹੈ ਜਿਹੜਾ, ਇਹ ਸੱਚ ਦੇ ਗਿਆਨ ਤੋਂ ਬਾਅਦ ਸਾਡਾ ਸ਼ੁਰੂ ਹੋਣਾ। ਆਤਮਿਕ ਸਫ਼ਰ ਦੁਨੀਆ ਦਾ ਕਹਿ ਲਈਏ। ਹੁਣ ਅਸੀਂ ਦੂਰ ਹੋ ਗਏ ਹਾਂ, ਸੱਚ ਦੇ ਗਿਆਨ ਨਾਲ ਨੇੜੇ ਹੋ ਜਾਣਾ। ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹਾਂ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ ਸਤਿਗੁਰਾਂ ਦੇ ਨੇੜੇ ਹੋ ਜਾਣਗੇ, ਦਰਸ਼ਨ ਕਰ ਲੈਣਗੇ ਹਰ ਦਾ। ਜਿਹੜੇ ਆਪਦੀ ਮੱਤ ਨਾਲ ਚੱਲਣਗੇ ਉਹ ਦੂਰ ਹੋ ਜਾਣਗੇ, ਉਹਨਾਂ ਨੂੰ ਕਾਲ ਫਿਰ ਖੜਾ ਵਾ। ਉਹੀ ਸਤਿਗੁਰੂ ਸਮਝਾ ਰਹੇ ਨੇ, ਚਰਨ ਸਤ ਸਤ ਪਰਸਨਹਾਰ। ਜਿਹੜੇ ਇਹਦੇ ਚਰਨ ਗੁਣ ਬਾਣੀ, ਚਰਨ ਕਮਲ ਪ੍ਰਭ ਕੇ ਨਿਤਿਆਓ, ਜਿਹੜੀ ਬਾਣੀ ਹੈ ਇਹ ਉਹਦੇ ਚਰਨ ਨੇ, ਇਹੀ ਤਾਂ ਗੁਣ ਨੇ। ਇਹਨਾਂ ਨੂੰ ਵਿਚਾਰ ਤੋਂ ਬਾਅਦ ਸਾਨੂੰ ਗਿਆਨ ਪ੍ਰਾਪਤ ਹੋਣਾ ਵਾ। ਇਹਦੇ 'ਚ ਸਾਡੇ 'ਚ ਗੁਣ ਪੈਦਾ ਹੋਣੇ ਨੇ। ਜਿਹੜੇ ਸਾਡੇ ਗੁਣ ਗਲ ਕੇ ਮਾਇਆ ਦੇ ਵਿੱਚ ਆ ਗਏ, ਹਰ ਬਿਸਰਤ ਤੇਰੇ ਗੁਣ ਗਲੇ। ਹਾਂ, ਜੋ ਆਤਮਾ ਆਪਦੇ ਜਿਹੜੇ ਗੁਣ ਖੋ ਚੁੱਕੀ ਹੈ, ਇਹਨੇ ਦੁਬਾਰਾ ਪ੍ਰਾਪਤ ਕਰਨੇ ਨੇ। ਉਹ ਫਿਰ ਸਾਨੂੰ ਸੱਚ ਦੇ ਗਿਆਨ ਤੋਂ, ਜਦੋਂ ਪਹਿਲਾ ਗਿਆਨ ਪਦਾਰਥ ਮਿਲਣਾ, ਫਿਰ ਸਾਡੇ 'ਚ ਗੁਣ ਪੈਦਾ ਹੋਣੇ ਨੇ। ਨਿਰਭਉ ਹੋਣਾ ਸੀ, ਫਿਰ ਨਿਰਵੈਰ ਹੋਣਾ, ਫਿਰ ਇਹ ਕਾਲ ਤੋਂ ਮੁਕਤ ਹੋਣਾ, ਫਿਰ ਸਰੀਰ ਦਾ ਪ੍ਰੇਮ ਛੱਡ ਕੇ ਅਸੀਂ ਜਿਉਂਦੇ ਹੀ ਦੇਵਲੋਕ ਪਹੁੰਚਣਾ, ਜਿੱਥੇ ਤੱਕ ਸਾਡੀ ਭਗਤੀ ਸ਼ੁਰੂ ਹੋਣੀ ਹੈ ਨਾਮ ਦੀ। ਇਹਨੂੰ ਸਹਿਜ ਦੁਨੀਆ ਵੀ ਕਿਹਾ। ਸਹਿਜ ਨਾਮ ਜਪੇ ਬੜ ਭਾਗੀ। ਵੱਡੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਸਹਿਜ ਚਲੇ ਜਾਂਦੇ ਨੇ। ਇਹ ਸਹਿਜ ਅਵਸਥਾ ਸਾਨੂੰ ਪ੍ਰਾਪਤ ਹੋਣੀ ਆ। ਜੇ ਆਪਾਂ ਸਤਿਗੁਰਾਂ ਦੇ ਬਚਨ ਵੀ ਲਈਏ, ਆਨੰਦ ਸਾਹਿਬ ਦੇ, ਆਨੰਦ ਪਿਆ ਮੇਰੀ ਮਾਇਆ, ਸਤਿਗੁਰ ਮੈਂ ਪਾਇਆ। ਸਤਿਗੁਰ ਕਿਵੇਂ ਪਾਇਆ ਜਾਂਦਾ? ਸਤਿਗੁਰ ਤਾਂ ਪਾਇਆ ਸਹਿਜ ਸੇ। ਹਾਂ, ਜਦੋਂ ਮਨ ਆਪਦੇ ਘਰ ਪਹੁੰਚ ਜਾਂਦਾ ਹੈ, ਕਲਪਨਾ ਦੀ ਖਤਮ ਹੋ ਜਾਂਦੀ ਹੈ, ਕਾਲ ਤੋਂ ਮੁਕਤ ਹੋ ਜਾਂਦਾ ਹੈ, ਤਾਂ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਸਹਿਜ ਦੇਵਲੋਕ ਜਿਹਨੂੰ ਕਿਹਾ ਬਾਣੀ ਵਿੱਚ, ਉੱਥੇ ਚੱਲਿਆ ਜਾਂਦਾ। ਉਹ ਤੋਂ ਬਾਅਦ ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹੀ ਸਤਿਗੁਰ ਸਮਝਾ ਰਹੇ ਨੇ। ਜਿਹੜੀ ਚਰਨ ਬਾਣੀ ਦੇ ਵਿੱਚੋਂ ਗੁਰਸ਼ਬਦ ਦੀ ਕਮਾਈ ਕਰਕੇ ਗੁਰਸਿੱਖ ਉਹਦੇ ਚਰਨ ਛੂਹ ਲੈਂਦੇ ਨੇ, ਪਰਸ ਲੈਂਦੇ ਨੇ, ਸੱਚ ਦਾ ਗਿਆਨ ਲੈ ਲੈਂਦੇ ਨੇ। ਪਰਸਨਹਾਰ, ਉਹੀ ਪੂਜਾ ਸਤ ਸਤ ਸੇਵਦਾਰ। ਉਹ ਸੱਚੇ ਸੇਵਦਾਰ, ਸੱਚੀ ਉਹਦੇ ਭਾਣੇ 'ਚ ਗੁਰਸਿੱਖ ਹੁੰਦੇ ਨੇ। ਉਹ ਗੁਰੂ ਭਗਤਾਂ ਦੇ ਦਰਸਾਏ ਦੇ ਰਾਹ 'ਤੇ ਚੱਲ ਕੇ ਪਹਿਲਾਂ ਆਪ ਸਮਝਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ। ਦਰਸ਼ਨ ਸਤ ਸਤ ਪੇਖਣਹਾਰ, ਨਾਮ ਸਤ ਸਤ ਧਿਆਵਣਹਾਰ। ਹਾਂ, ਦਰਸ਼ਨ ਸਤ ਸਤ ਪੇਖਣਹਾਰ। ਇੱਕ ਦੇਖਣਾ ਹੁੰਦਾ, ਇੱਕ ਪੇਖਣਾ ਹੁੰਦਾ। ਦੇਖਣਾ ਕਹਿੰਦੇ ਨੇ ਅੱਖਾਂ ਨਾਲ, ਪੇਖਣਾ ਕਹਿੰਦੇ ਦਿਵ ਦ੍ਰਿਸ਼ਟੀ ਨੂੰ। ਬਾਣੀ ਸਾਨੂੰ ਦਿਵ ਦ੍ਰਿਸ਼ਟੀ ਦਿੰਦੀ ਹੈ
ਦੂਰ ਅੰਦੇਸੀ ਅਸੀਂ ਬੁੱਧੀ ਨਾਲ ਦੇਖ ਸਕਦੇ ਹਾਂ, ਅੱਖਾਂ ਨਾਲ ਤਾਂ ਦੂਰ ਤੱਕ ਦੇਖ ਨਹੀਂ ਸਕਦੇ। ਜਿਹੜੇ ਦਰਸ਼ਨ ਕਰ ਲੈਂਦੇ ਨੇ ਸੱਚ ਦਾ ਦਰਸ਼ਨ ਸੱਤ ਉਹ ਸੱਤ ਹੋ ਜਾਂਦੇ ਨੇ। ਉਹ ਸੱਤ ਨੂੰ ਹੀ ਵੇਖਦੇ ਨੇ, ਕਿਹਦੇ ਨਾਲ? ਦਿਵ ਦ੍ਰਿਸ਼ਟੀ ਨਾਲ। ਸੱਤ ਅੱਖਾਂ ਨਾਲ ਨਹੀਂ ਦਿੰਦਾ ਹੈ, ਅੱਖਾਂ ਨਾਲ ਮਾਇਆ ਦਿੰਦੀ ਹੈ। ਜੋ ਉਪਜਿਆ ਸੋ ਬਿਨਸੈ, ਜੋ ਪੈਦਾ ਹੋਇਆ ਉਹ ਤਾਂ ਵਿਨਾਸ਼ ਹੋਣ ਵਾਲਾ ਹੈ। ਕੁਦਰਤ ਇਹ ਅੱਖਾਂ ਨਾਲ ਕਿਵੇਂ ਦੇਖੂਗੀ? ਇਹ ਅੱਖਾਂ ਕਰਨ ਦਾ ਤਾਂ ਵਿਸ਼ਾ ਹੀ ਨਹੀਂ। ਉਹੀ ਸਤਿਗੁਰ ਸਮਝਾਉਂਦੇ ਨੇ, ਦਰਸ਼ਨ ਸੱਤ ਵੇਖਣਹਾਰ। ਜਿਹੜੇ ਸੱਤ ਹੋ ਜਾਂਦੇ ਨੇ, ਜਿਹੜੀ ਆਤਮਾ ਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ, ਉਹ ਸੱਤ ਨੂੰ ਹੀ ਵੇਖਦੇ ਨੇ। ਨਾਮ ਸੱਤ, ਨਾਮ ਹਮੇਸ਼ਾ ਰਹਿਣ ਵਾਲੀ ਸ਼ਕਤੀ ਹੈ, ਹੁਕਮ ਹਮੇਸ਼ਾ ਹੀ ਰਹਿੰਦਾ ਜਦ ਤੱਕ ਸ੍ਰਿਸ਼ਟੀ ਰਹਿੰਦੀ ਹੈ। ਜੋ ਸ੍ਰਿਸ਼ਟੀ ਰਹਿੰਦੀ ਉਹਦੀ ਹੁਕਮ ਦੀ ਵੀ ਲੋੜ ਨਹੀਂ ਪੈਂਦੀ। ਨਾਮ ਸੱਤ ਧਿਆਵਨ ਹਾਰ। ਹਾਂ, ਜਿਹੜੇ ਉਹਨਾਂ ਧਿਆਨ ਲਾਉਂਦੇ ਨੇ। ਧਿਆਨ ਕੀ ਹੈ? ਗਿਆਨ। ਪਹਿਲਾਂ ਸਾਨੂੰ ਗਿਆਨ ਮਿਲਣਾ ਗੁਰਬਾਣੀ 'ਚੋਂ, ਗੁਰਸ਼ਬਦ ਦੀ ਕਮਾਈ ਤੋਂ, ਫਿਰ ਸਾਡਾ ਧਿਆਨ ਲੱਗਣਾ ਵਾ। ਨਾਮ ਸੱਤ ਧਿਆਵਨ ਹਾਰ। ਧਿਆਨ ਲਾਉਣ ਵਾਲਾ ਵੀ ਸੱਤ ਹੋ ਜਾਂਦਾ ਹੈ, ਉਹਦਾ ਜੰਮਣ ਮਰਨ ਕੱਟਿਆ ਜਾਂਦਾ ਹੈ। ਗੁਰਸ਼ਬਦ 'ਚ ਇੰਨੀ ਪਾਵਰ ਹੈ, ਜੇ ਇਹਨੂੰ ਕੋਈ ਵਿਚਾਰੂਗਾ ਤਾਂ ਹੀ ਉਹ ਪ੍ਰਾਪਤੀ ਹੋਣੀ ਹੈ। ਪਰ ਅਸੀਂ ਇਹਨੂੰ ਵਿਚਾਰਦੇ ਨਹੀਂ, ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਦੇ ਹਾਂ। ਆਪ ਸਤ ਸਭ ਧਾਰੀ, ਆਪੇ ਗੁਣਕਾਰੀ। ਆਪ ਸੱਤ ਹੈ, ਸੱਤ ਨੇ ਤਾਂ ਸਾਰੀ ਸ੍ਰਿਸ਼ਟੀ ਬੰਨ੍ਹ ਕੇ ਰੱਖੀ ਹੈ, ਧਾਰ ਕੇ ਰੱਖੀ ਹੈ। ਇਹ ਸਾਰੇ ਗੁਣ ਕਿਹਦੇ ਨੇ? ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ, ਸਾਜਿਆ ਘਟ ਘਟ ਜੋ ਸਮੋਏ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ। ਇਹ ਸਰੀਰ ਦੇ ਅੰਦਰ, ਮਨ ਦੇ ਅੰਦਰ ਸੱਚੇ ਦੀ ਕੋਠੜੀ ਹੈ, ਉੱਥੇ ਦਾ ਹੁਕਮ ਚੱਲਦਾ ਵਾ। ਉਹਦੀ ਕਿਰਪਾ ਨਾਲ ਤਾਂ ਸਾਡਾ ਹਾਰਟ ਚੱਲਦਾ। ਆਪਾਂ ਭਗਤ ਰਵਿਦਾਸ ਜੀ ਦੇ ਸ਼ਬਦ ਲੈ ਰਹੇ ਨੇ, ਜੀਓ ਪਿੰਡ ਦੀਆ ਰਿਜ਼ਕ ਵਰਾਵੇ, ਸਭ ਘਟ ਭੀਤਰ ਹਾਰਟ ਚਲਾ। ਸੰਸਾਰੀ ਗਿਆਨ ਵੀ ਦਿੱਤਾ ਉਹਨੇ ਸਾਨੂੰ, ਹਾਰਟ ਵੀ ਉਹੀ ਚਲਾ ਰਿਹਾ। ਇਸਕਾ ਬਾਲਿਸ ਨਹੀਂ ਹਾਥ ਕਰਨ ਕਰਾਵਣ, ਸਰਬ ਕੋ ਨਾਥ। ਸਾਰਿਆਂ ਦਾ ਨਾਥ ਹੈ, ਨੱਥ ਪਾਈ ਹੈ ਉਹਦੇ ਸਾਰਿਆਂ ਦੇ। ਸਾਡਾ ਤਾਂ ਇਹ ਵੀ ਸਾਡੇ ਬਲ ਹੱਥ 'ਚ ਨਹੀਂ ਹੈ, ਸਾਹ ਲੈਣਾ ਵੀ ਸਾਡੇ ਵੱਸ 'ਚ ਨਹੀਂ ਹੈਗਾ। ਇਹੀ ਬੇਸ 'ਤੇ ਸਤਿਗੁਰਾਂ ਨੇ ਸਾਨੂੰ ਸਮਝਾਇਆ, ਪੰਚਮ ਪਾਤਸ਼ਾਹ ਨੇ, ਹਮ ਆਦਮੀ ਹੈ ਇੱਕਦਮ ਹੀ, ਦਮ ਨਾ ਆਇਆ ਤਾਂ ਗਏ। ਆਦਮੀ ਸਾਨੂੰ ਮਨੁੱਖ ਤਾਂ ਕਿਹਾ ਜਾਂਦਾ ਸਾਹ ਆਉਣ ਕਰਕੇ। ਬਾਅਦ 'ਚ ਉਹੀ ਲੋਕ ਡਰਨ ਲੱਗ ਜਾਂਦੇ ਨੇ, ਮੇਰੇ ਬੋਰੇ ਤੋਂ ਇਹ ਘਰੀ ਨਾ ਰੱਖੇ ਕੋ। ਫਿਰ ਕਿਹਦੀ ਕਦਰ ਹੋਈ? ਸਾਡੀ ਸਰੀਰ ਦੀ ਕਦਰ ਥੋੜ੍ਹੀ ਹੋਈ, ਉਹ ਸੱਚ ਦੀ ਕਦਰ ਹੋਈ। ਸੱਚ ਕਰਕੇ ਸਾਡਾ ਜੀਵਨ ਸੀ। ਸੱਚ ਚੱਲਿਆ ਗਿਆ, ਝੂਠ ਰਹਿ ਗਿਆ। ਆਪ ਸੱਤ ਧਾਰੀ, ਆਪੇ ਗੁਣਕਾਰੀ। ਇਹ ਸਾਰੇ ਗੁਣ ਉਹਦੇ ਹੀ ਨੇ। ਹਵਾ ਉਹਨੇ ਪੈਦਾ ਕੀਤੀ, ਪਾਣੀ ਉਹਨੇ ਪੈਦਾ ਕੀਤਾ, ਸਰੀਰ ਤੱਕ ਸਾਡਾ ਕਾਰਜ ਜੋ ਬਣਿਆ ਵਾ, ਸਾਰਾ ਕੁਛ ਕੁਦਰਤ ਨੇ ਪੈਦਾ ਕੀਤਾ ਸੀ। ਉਹਨੂੰ ਭੁੱਲ ਕੇ ਦੇਣਹਾਰ ਵਿਸਾਰਿਆ। ਸੁਖਮਨੀ ਸਤਿਗੁਰਾਂ ਦੇ ਵਚਨ ਲੈ ਲਈ ਆਪਾਂ, ਜਿੰਤੂ ਸਾਜ ਸਵਾਰ ਸੰਘਾਰਿਆ, ਘਰ ਬਗਨ ਮੇ ਜਿਨੇ ਆਵਾਜ਼। ਘਰ ਤੋਂ ਬਾਹਰ ਕਿਹਨੇ ਕੱਢਿਆ ਭਾਈ? ਉੱਥੇ ਤਾਂ ਸਾਡਾ ਜ਼ੋਰ ਨਹੀਂ ਚੱਲਦਾ ਹੈ। ਸਾਰਾ ਕੁਛ ਕੁਦਰਤ ਨੇ ਕੀਤਾ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ, ਜਾਣਦੇ ਨਹੀਂ। ਅਸੀਂ ਕਿਉਂ ਨਹੀਂ ਜਾਣਦੇ? ਸਾਨੂੰ ਸੱਚ ਦਾ ਗਿਆਨ ਨਹੀਂ ਹੈਗਾ। ਇਹ ਜੀਵ ਤਾਂ ਪ੍ਰਾਹੁਣਾ ਇੱਥੇ ਕੁਛ ਟਾਈਮ ਲਈ ਆਇਆ, ਦੁਨੀਆ ਅੰਦਰ ਪ੍ਰਾਹੁਣਾ ਕੁਛ ਸਮੇਂ ਲਈ ਆਇਆ, ਪਰ ਇਹ ਜਾਣਾ ਨਹੀਂ ਚਾਹੁੰਦਾ ਇੱਥੋਂ। ਇਹ ਗੁਣ ਕਿਹਦੇ ਨੇ? ਉਹਦੇ ਨਹੀਂ। ਸਾਡੇ 'ਚ ਤਾਂ ਗੁਣ ਕੋਈ ਨਹੀਂ। ਸਭ ਔਗਣ ਮੈਂ ਗੁਣ ਨਹੀਂ ਕੋਏ, ਕਿਉਂ ਕਰ ਕੰਤ ਮਿਲਾਵਾ। ਕਿਵੇਂ ਮਿਲੇ? ਗੁਣ ਤਾਂ ਸਾਡੇ 'ਚ ਕੋਈ ਹੈ ਨਹੀਂ ਗਾ। ਸਰੀਰ ਕਰਕੇ ਅਸੀਂ ਪੂਰਨ ਹੈ, ਭੇਖ ਕਰਕੇ ਪੂਰਨ ਹੈ। ਝੂਠ ਦੇ ਅਸੀਂ ਉਪਦੇਸ਼ ਕਰਦੇ ਹਾਂ, ਝੂਠ ਨਾਲ ਜੁੜੇ ਹਾਂ। ਕੂੜ ਰਾਜਾ ਕੂੜ ਪਰਜਾ, ਜਿੰਨਾ ਵੀ ਰਾਜ ਦੇਖਦੇ ਹੋ ਵੀ ਝੂਠਾ ਹੈ। ਜੋ ਦੇਖ ਰਹੇ ਹਾਂ ਸਭ ਝੂਠਾ। ਫਿਰ ਝੂਠ ਨਾਲ ਜੁੜੇ ਹੋਏ, ਗੱਲ ਸੱਚ ਦੀ ਕਰਦੇ ਹਾਂ। ਕੋਈ ਸਤਿਗੁਰ ਸਮਝਾਉਂਦੇ ਨੇ, ਆਪੇ ਗੁਣਕਾਰੀ। ਅਸੀਂ ਜਿਹੜੇ ਗੁਣਾਂ ਦੀ ਕਾਰ 'ਚ ਲੱਗੇ ਹੋਏ ਹਾਂ, ਉਹ ਵੀ ਉਹਦੇ ਹੀ ਹੈ, ਉਹਦੀ ਕਿਰਪਾ ਹੀ ਹੈ। ਸਰਬ ਲਾਇਕ ਸਰਬ ਪੈਕ ਸਭ ਕੋ ਪੁੰਨ ਕਾਲ, ਕੁਦਰਤ ਹੀ ਕਿਰਪਾ ਕਰਦੀ ਹੈ। ਅਸੀਂ ਨਲਾਇਕ ਹੈ, ਸਾਨੂੰ ਲਾਇਕ ਬਣਾ ਰਿਹਾ ਵਾ ਗਿਆਨ ਦੇ ਕੇ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਆ। ਤਿਹਾ ਕੋਈ ਨਾ ਸੁਝੀ ਗੁਣ ਕੋਈ ਕਰੇ, ਐਸਾ ਤਾਂ ਕੋਈ ਦੀਦਾ ਨਹੀਂ। ਸਤਿਗੁਰ ਸਾਨੂੰ ਕਹਿੰਦੇ ਕਿ ਗੁਣ ਪੈਦਾ ਕਰੇ। ਗੁਣ ਖੋਹ ਤਾਂ ਲੈਂਦੇ ਨੇ, ਪੈਦਾ ਨਹੀਂ ਕਰਦੇ। ਸ਼ਬਦ ਸਤ ਪ੍ਰਭ ਬਖਤਾ, ਸੁਰਤ ਸਤ ਜਸ ਸੁਨਤਾ। ਸ਼ਬਦ ਤੋਂ ਭਾਵ ਉਪਦੇਸ਼। ਇਹ ਸਤ ਦਾ ਉਪਦੇਸ਼ ਹੈ। ਜੋ ਬੋਲ ਰਿਹਾ ਹੈ ਸੱਚ, ਜੇ ਕੋਈ ਉਹਨੂੰ ਸੁਣ ਲਵੇ, ਗੁਰਸ਼ਬਦ ਦੀ ਕਮਾਈ ਕਰ ਲਵੇ, ਉਹਦੇ ਭਾਣੇ 'ਚ ਆ ਜਾਵੇ ਮਨ, ਸੁਰਤ ਉਹਦਾ ਧਿਆਨ ਜੁੜ ਜਾਵੇ, ਉਹ ਵੀ ਸੱਤ ਹੋ ਜਾਂਦੀ ਹੈ। ਸੁਣਨ ਨਾਲ ਹੀ ਸੱਤ ਹੋ ਜਾਂਦਾ ਹੈ। ਫਿਰ ਅਸੀਂ ਕਿੱਡੇ ਅਭਾਗੇ ਹਾਂ ਜੇ ਨਾ ਸੁਣੀਏ। ਸਤਿਗੁਰ ਸਮਝਾਉਂਦੇ ਨੇ ਜਪਜੀ ਸਾਹਿਬ ਦੇ ਵਿੱਚ, ਸੁਣੀਏ ਦੁੱਖ ਪਾਪ ਕਰ। ਸੁਣਨ ਨਾਲ ਹੀ ਸਾਡੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਵੇ। ਅਸੀਂ ਫਿਰ ਵੀ ਨਾ ਸੁਣੀਏ ਬਾਣੀ ਨੂੰ, ਕਿੱਡੇ ਅਭਾਗੇ ਹਾਂ ਅਸੀਂ।
ਬੂਝਣਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤਿਗੁਰਾਂ ਨੇ ਪਹਿਲਾਂ ਆਪ ਸਮਝੀ ਹੈ, ਫਿਰ ਸੰਸਾਰ ਨੂੰ ਦਿੱਤੀ ਹੈ। ਉਹਨਾਂ ਨੂੰ ਤਾਂ ਗਿਆਨ ਹੈ, ਸਾਰਾ ਕੁਝ ਸਾਨੂੰ ਕਰਵਾ ਰਹੇ ਨੇ ਵੀ ਸਾਰਾ ਕੁਝ ਹੁਕਮ 'ਚ ਹੋ ਰਿਹਾ, ਸੱਚੇ ਕਰ ਰਿਹਾ। ਪਰ ਸਾਨੂੰ ਕਦੋਂ ਗਿਆਨ ਹੋਊਗਾ? ਸਾਨੂੰ ਗਿਆਨ ਹੋਊਗਾ ਜਦੋਂ ਗੁਰ ਸ਼ਬਦ ਦੀ ਕਮਾਈ ਕਰਾਂਗੇ, ਅਸੀਂ ਉਹਦੀ ਕਿਰਪਾ ਰਹਿਮਤ ਲਵਾਂਗੇ। ਦਾਤਾ ਸਾਡੇ 'ਤੇ ਕਿਰਪਾ ਕਰ, ਸਾਨੂੰ ਵੀ ਸਮੱਤ ਬਖਸ਼। ਅਸੀਂ ਤਾਂ ਸਮੱਤ ਤਾਂ ਮੰਗਦੇ ਹੀ ਨਹੀਂ ਹੈਗੇ, ਇਸ ਤਾਂ ਗੁਰੂ ਨੂੰ ਉਪਦੇਸ਼ ਕਰਦੇ। ਉਹੀ ਸਤਿਗੁਰ ਸਮਝਾਉਂਦੇ ਨੇ, ਬੁੱਝਣਹਾਰ ਕੋ ਸਤ ਸਭ ਹੋਏ। ਜਿਹੜੇ ਬੁੱਝ ਲੈਂਦੇ ਨੇ, ਕਿਵੇਂ ਬੁੱਝਾਂਗੇ? ਸਾਨੂੰ ਗਿਆਨ ਹੀ ਨਹੀਂ ਹੈਗਾ। ਗਿਆਨ ਤੋਂ ਬਾਅਦ ਇਹ ਖੇਲ ਬੁੱਝੀ ਜਾਂਦੀ ਹੈ। ਬੁੱਝਣ ਤੋਂ ਬਾਅਦ ਫਿਰ ਧਿਆਨ ਲੱਗ ਜਾਂਦਾ, ਫਿਰ ਇਹ ਧਿਆਨ ਰੂਪ ਹੋ ਜਾਂਦਾ, ਫਿਰ ਆਪਦੇ ਘਰ ਚਲੀ ਜਾਂਦੀ ਹੈ ਆਤਮਾ। ਕਹਿੰਦੇ ਉਹਨੂੰ ਤਾਂ ਐਂ ਲੱਗਦਾ, ਸਤਿਗੁਰ ਕਹਿੰਦੇ ਭਾਈ ਜਿਹੜਾ ਬੁੱਝ ਲੈਂਦਾ ਵੀ ਸੱਤ ਹੀ ਹੈ ਭਾਈ, ਸਾਰੇ ਪਾਸੇ ਉਹੀ ਹੈ। ਨਾਨਕ ਸਤ ਸਤ ਪ੍ਰਭ ਸੋਏ। ਆਪ ਹੀ ਹੈ, ਹੋਰ ਤਾਂ ਹੈ ਹੀ ਨਹੀਂ ਕੋਈ। ਇੱਕੋ ਸਿਮਰੀਏ ਨਾਨਕਾ, ਦੂਜਿਆ ਕਾਹੇ ਕੋ, ਹੋਰ ਤਾਂ ਹੈ ਹੀ ਨਹੀਂ ਕੋਈ। ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਸਤਿਗੁਰ ਸਮਝਾਉਂਦੇ ਨੇ ਸੱਚ ਦੇ ਗਿਆਨ ਤੋਂ ਬਾਅਦ ਸਤ ਸਰੂਪ ਕੀ ਹੈ। ਸਤ ਸਰੂਪ ਅੰਤਰਾਤਮਾ ਦੀ ਆਵਾਜ਼ ਹੈ। ਉਹ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਉਹ ਸਤਪੁਰਖ ਹੈ, ਉਹ ਜਨਮ ਮਰਨ 'ਚ ਨਹੀਂ ਆਉਂਦਾ ਹੈਗਾ। ਜਨਮ ਮਰਨ ਕੋ ਇਹ ਜਗ ਬੱਪੜਾ, ਜਿਨ ਦੂਜੇ ਭਾਏ ਭਗਤ ਵਿਸਾਰੀ ਜੀਓ। ਅਸੀਂ ਭਗਤੀ ਵਿਸਾਰਤੀ ਸੀ, ਭਗਤੀ ਕਰਨੀ ਸੀ, ਸਾਨੂੰ ਇਸ ਮਨੁੱਖਾ ਦੇਹੀ ਮਿਲੀ ਸੀ ਨਾਮ ਦੀ ਪ੍ਰਾਪਤੀ ਖਾਤਰ, ਅਸੀਂ ਭੁੱਲ ਗਏ। ਯਹ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਭਗਤੀ ਕਰਦਾ ਨਹੀਂ, ਹੁਣ ਵਿਗੜ ਕੇ ਆਪਦੀ ਭਗਤੀ ਕਰਾਉਣ ਲੱਗ ਗਿਆ। ਸਤਿਗੁਰੂ ਸਮਝਾਉਂਦੇ ਨੇ, ਸਤ ਸਰੂਪ ਹਿਰਦੇ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਇਹਨੂੰ ਸੱਚ ਦਾ ਗਿਆਨ ਹੋ ਗਿਆ, ਸੱਚ ਦਾ ਸਰੂਪ ਸਤਿਗੁਰ ਦਾ ਦਰਸ਼ਨ ਹੋ ਗਿਆ, ਉਹਦਾ ਮਨ ਮੰਨਦਾ ਹੈ, ਉਹੀ ਜਾਣਦਾ। ਕਰਨ ਕਰਾਵਨ ਤਿਨ ਮੂਲ ਪਛਾਣੇ। ਇਹਦੇ ਪਿੱਛੇ ਅਸਲ ਗੱਲ ਕੀ ਹੈ, ਸ਼ਕਤੀ ਕਿਹੜੀ ਕੰਮ ਕਰ ਰਹੀ ਹੈ, ਕਿੱਥੋਂ ਅਸੀਂ ਆਏ ਹਾਂ, ਕਿੱਧਰ ਨੂੰ ਜਾਣਾ, ਉਹਨੂੰ ਸਮਝ ਆ ਜਾਂਦੀ ਹੈ। ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸਤਿਗੁਰ ਸਮਝਾਉਂਦੇ ਨੇ, ਫਿਰ ਜਿਹੜਾ ਪੂਰੇ ਵੀ ਵਿਸਵੇ ਭਰੋਸਾ ਕਰ ਲੈਂਦਾ ਹੈ, ਇਹਦੇ ਅੰਦਰ ਪੂਰਾ ਭਰੋਸਾ ਬਣ ਜਾਂਦਾ, ਅਡੋਲ ਹੋ ਜਾਂਦਾ ਸੱਚ ਦੇ ਗਿਆਨ ਤੋਂ ਬਾਅਦ, ਫਿਰ ਉਹਦੇ ਅੰਦਰ ਤਤ ਗਿਆਨ ਮਨ ਪ੍ਰਗਟ ਹੁੰਦਾ। ਤਤ ਗਿਆਨ ਕਦੋਂ ਮਨ ਪ੍ਰਗਟ ਹੁੰਦਾ ਹੈ? ਜਦੋਂ ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਨ। ਸੋ ਸੰਸਾਰ ਸੁੱਟ ਜਾਂਦਾ ਹੈ, ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਫਿਰ ਉਹ 'ਚੋਂ ਤਤ ਗਿਆਨ ਪੈਦਾ ਹੁੰਦਾ ਹੈ। ਉਹੀ ਤਾਂ ਸੰਤ ਧੂਰ ਹੈ, ਉਹੀ ਤਾਂ ਸੁਣਨੀ, ਉਹਨੂੰ ਸੁਣ ਕੇ ਤਾਂ ਅਮਰ ਹੋ ਜਾਂਦੀ ਹੈ ਆਤਮਾ। ਸਭ ਤੋਂ ਉੱਤਮ ਹਕੀਕਤ ਨਾਮ ਸੁਣਤ ਦਰਦ ਦੁੱਖ ਲੱਤ। ਇਹ ਹਰ ਕਥਾ ਹੈ ਭਾਈ, ਇਹਨੂੰ ਸੁਣਨਾ ਵਾ, ਇਹਨੂੰ ਸੁਣਨ ਵਾਲੇ ਅਮਰ ਹੋ ਜਾਣਗੇ। ਨਾਮ ਬਾਰੇ ਸਮਝਦੇ ਸਮਝਦੇ ਜਿਹੜੇ ਸਾਡੇ ਸੰਸਾਰੀ ਦੁੱਖ, ਉਹ ਤਾਂ ਲੱਭਦੇ ਹੀ ਨਹੀਂ ਹੈਗੇ। ਉਹ ਤਤ ਗਿਆਨ ਫਿਰ ਪ੍ਰਗਟ ਹੁੰਦਾ ਵਾ। ਜਦ ਤੱਕ ਤਤ ਗਿਆਨ ਨਹੀਂ ਪ੍ਰਗਟ ਹੁੰਦਾ, ਆਤਮਾ ਆਪਦੇ ਸਹਿਜ ਦੁਨੀਆ 'ਚ ਨਹੀਂ ਜਾਂਦੀ, ਦੇਵਲੋਕ ਨਹੀਂ ਜਾਂਦੀ, ਆਤਮਾ ਪ੍ਰਾਤਮਾ ਇੱਕ ਨਹੀਂ ਹੁੰਦੀ, ਕਾਲ ਨਹੀਂ ਛੱਡਦਾ ਹੈ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਜਿਹਨਾਂ ਨੇ ਸਤ ਸਰੂਪ ਨੂੰ ਜਾਣਿਆ, ਸੱਚ ਦਾ ਗਿਆਨ ਜਿਹਨੂੰ ਹੋਇਆ, ਜਿਹਦੇ ਕਿਰਪਾ ਰਹਿਮਤ ਹੋ ਗਈ, ਉਹ ਕੀ ਹੋ ਗਿਆ? ਫਿਰ ਉਹਨਾਂ 'ਚ ਇੱਕ ਗੁਣ ਪੈਦਾ ਹੋ ਗਿਆ, ਭੈ ਤੇ ਨਿਰਭਉ ਹੋਏ ਬਸਾਨਾ। ਭੈ ਉਹਦਾ ਖਤਮ ਹੋ ਗਿਆ। ਬਾਣੀ ਭਾਈ ਤਾਂ ਖਤਮ ਕਰਦੀ ਹੈ, ਜੰਮਣ ਮਰਨ ਦਾ ਗੇੜ ਖਤਮ ਕਰਦੀ ਹੈ, ਮੌਤ ਦਾ ਭੈ ਖਤਮ ਕਰਦੀ ਹੈ। ਉਹੀ ਤਾਂ ਸਾਨੂੰ ਚਿੰਤਾ ਦਾ ਜੋੜ ਨਹੀਂ ਦਿੰਦੀ, ਚਿੰਤਾ ਖਤਮ ਕਰਦੀ। ਚਿੰਤਾ ਮੁਕਤ ਹੈ ਬਾਣੀ। ਭਗਤ ਨਾਮਦੇਵ ਜੀ ਕਹਿੰਦੇ, ਔਰ ਮੰਗੂ ਇੱਕ ਚਿੰਤਾ ਮਾਣੀ। ਚਿੰਤਾ ਮਣੀ ਹੈ, ਚਿੰਤਾ ਖਤਮ ਕਰ ਦਿੰਦੀ ਹੈ। ਉਹ ਜਿਹੜੇ ਸਤ ਸਰੂਪ ਨੂੰ ਜਾਣ ਲੈਂਦੇ ਨੇ, ਸਤਿਗੁਰ ਸਮਝਾਉਂਦੇ ਨੇ, ਭੈ ਤੇ ਨਿਰਭਉ ਹੋਏ ਬਸਾਨਾ, ਫਿਰ ਉਹ ਨਿਰਭਉ ਹੋ ਕੇ ਬਸਦੇ ਨੇ। ਪਰ ਸਾਡਾ ਭੈ ਤਾਂ ਹਲੇ ਗਿਆਨ ਹੀ ਹੈਗਾ, ਅਸੀਂ ਭਗਤ ਫੇਰ ਵੀ ਹਾਂ, ਸਾਰੀਆਂ ਪਦਵੀਆਂ ਅਸੀਂ ਪ੍ਰਾਪਤ ਕਰੀ ਬੈਠੇ ਹਾਂ, ਸੰਤ ਵੀ ਬਣ ਗਏ, ਸਤਿਗੁਰ ਵੀ ਬਣ ਗਏ, ਸਾਰੀਆਂ ਡਿਗਰੀਆਂ ਅਸੀਂ ਲੈ ਲਈਆਂ, ਲੇਕਿਨ ਭੈ ਸਾਡਾ ਖਤਮ ਨਹੀਂ ਹੋਇਆ। ਸਤਿਗੁਰ ਕੀ ਸਮਝਾਉਂਦੇ ਨੇ? ਭੈ ਤੇ ਨਿਰਭਉ ਹੋਏ ਬਸਾਨਾ। ਉਹ ਗੁਰਸਿੱਖ ਨਿਰਭਉ ਹੋ ਕੇ ਸੰਸਾਰ 'ਚ ਕੁਦਰਤ ਦਾ ਜਸ ਕਰਦੇ ਨੇ, ਉਹਨੂੰ ਭੈ ਨਹੀਂ ਰਹਿੰਦਾ ਹੈਗਾ, ਕਿਉਂਕਿ ਉਹਨਾਂ ਨੇ ਸਤ ਸਰੂਪ ਨੂੰ ਜਾਣ ਲਿਆ। ਸੱਚ ਕੀ ਹੈ? ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ। ਆਜੀ ਤੋਂ ਆਤਮਾ ਪ੍ਰਾਤਮਾ ਤੋਂ ਆਪਣੇ ਮੂਲ ਤੋਂ ਅਲੱਗ ਹੋਈ ਸੀ, ਹਰਤ ਸਮਾ ਗਈ, ਜੋਤੀ ਜੋਤ ਮਿਲੀ, ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੇ, ਸਪੂਰਨ ਥੀ ਆਰਾਮ। ਸਪੂਰਨ ਹੋ ਜਾਂਦੀ ਹੈ ਆਤਮਾ ਪ੍ਰਾਤਮਾ ਇੱਕ ਹੋਣ ਤੋਂ ਬਾਅਦ। ਫਿਰ ਜਿਹੜੀ ਹੈਗੀ ਹੈ ਇਹ ਸੰਤ ਧੂਰ ਹੈ, ਜਿਹੜਾ ਵੀ ਇਹਨੂੰ ਸੁਣੂਗਾ, ਇਹ ਵੱਡੇ ਭਾਗਾਂ ਵਾਲੇ ਹੋਣਗੇ, ਉਹ ਅਮਰ ਹੋ ਜਾਣਗੇ। ਇਹ ਕਥਾ ਅਮਰਾਪੁਰੀ ਕੀ, ਜਿਸ ਦੇਹ ਸੋ ਪਾਵੇ। ਇਹ ਐਸੀ ਕਥਾ ਵਾ ਅਮਰਾਪੁਰੀ ਦੀ, ਜੋ ਇਹਨੂੰ ਸੁਣੂਗਾ ਅਮਰ ਹੋ ਜਾਊਗਾ। ਬਸਤ ਮਾਹੇ ਲੈ ਬਸਤ ਗਡਾਈ, ਤਾਂ ਕੋ ਭਿੰਨ ਨਾ ਕਹਿਣਾ ਜਾਏ। ਹਾਂ, ਹੁਣ ਸੰਸਾਰੀ ਭਾਵ ਵੀ ਜੇ ਆਪਾਂ ਲਈਏ, ਕੋਈ ਵੀ ਆਪਾਂ ਚੀਜ਼ ਬਣਾਉਂਦੇ ਆ, ਆਪਾਂ ਜਿਹੜੀ ਚੀਜ਼ ਚੱਲਦੀ ਹੈ
ਦੀਂਦੀ ਆਪਾਂ ਉਹਦੇ ਨਾਂ ਵਰਤਦੇ ਹਾਂ। ਸਾਰੇ ਜਿਹੜੇ ਉਹਦੇ ਵਿੱਚ ਮਟੀਰੀਅਲ ਪਾਇਆ ਹੁੰਦਾ ਉਹਦਾ ਨਾਂ ਤਾਂ ਆਪਾਂ ਲੈਂਦੇ ਨਹੀਂ। ਐਵੇਂ ਉਹ ਸਤਿਗੁਰ ਸਮਝਾ ਰਹੇ ਨੇ, ਜਿਹੜਾ ਗੁਰਸਿੱਖ ਹੈ ਇਹਨੇ ਗੁਰਸ਼ਬਦ ਦੀ ਕਮਾਈ ਕੀਤੀ ਆ, ਉਹ 'ਚ ਐਂ ਸਮਾ ਗਿਆ, ਬਸਤ ਮੇਲ ਹੈ ਬਸਤ ਗੜਾਈ ਤਾਂ ਕੋ ਭਿੰਨ ਨਾ ਕਹਿਣਾ ਜੇ ਆ। ਗੁਰਸਿੱਖ ਨੂੰ ਲੱਗ ਨਹੀਂ ਕਹਿ ਸਕਦੇ ਆਪਾਂ। ਨੌਵੇਂ ਪਾਸੇ ਦਾ ਸਲੋਕ ਲੈ ਲੈਂਦੇ ਹਾਂ, ਨਿਸ ਦਿਨ ਜੋ ਪ੍ਰਾਣੀ ਜਪੇ ਰਾਮ ਰੂਪ ਤਹਿ ਜਾਣ। ਉਹਨੇ ਰਾਮ ਨੂੰ ਜਾਣ ਲਿਆ, ਆਪਦੇ ਮੂਲ ਨੂੰ। ਜਿਹੜੇ ਅੱਠੇ ਪੈਰ ਉਹਦੇ ਗੁਣ ਗਾਉਂਦੇ ਨੇ ਉਹਦੇ ਰੂਪ ਬਣ ਜਾਂਦੇ ਨੇ। ਬੂਝੇ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ। ਇਹ ਵਿਵੇਕੀਆਂ ਦੀ ਬਾਣੀ ਹੈ। ਵਿਵੇਕ ਬੁੱਧੀ ਨੇ ਸ੍ਰਿਸ਼ਟੀ ਸਾਜੀ ਹੈ। ਇਹ ਵਿਵੇਕ ਬੁੱਧੀ ਨੂੰ ਕੋਈ ਝੁਠਲਾ ਦੇਵੇ ਜਾਂ ਇਹਦੇ ਪੂਰੇ ਕਰੰਤੂ ਪਰਤੂ ਕਰ ਦੇਵੇ, ਕੋਈ ਪੈਦਾ ਹੀ ਨਹੀਂ ਹੋਇਆ, ਨਾ ਹੋ ਸਕਦਾ, ਨਾ ਅੱਗੇ ਨੂੰ ਹੋਊਗਾ। ਇਹਨੂੰ ਕੌਣ ਬੁੱਝੂਗਾ? ਜਿਹੜੇ ਵਿਵੇਕੀਆਂ ਦੀ ਬਾਣੀ ਹੈ, ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ, ਉਹੀ ਇਹ ਖੇਲ ਨੂੰ ਬੁੱਝ ਸਕਦੇ ਨੇ। ਉਹਨਾਂ ਨੂੰ ਨਾਰਾਇਣ ਮਿਲ ਜਾਂਦਾ, ਆਪਦਾ ਮੂਲ ਮਿਲ ਜਾਂਦਾ, ਉਹਦੇ ਅੰਦਰ ਚਾਨਣ ਹੋ ਜਾਂਦਾ, ਇੱਕ ਹੋ ਜਾਂਦੇ ਨੇ। ਉਦੋਂ ਬਾਅਦ ਫਿਰ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ। ਹਾਂ, ਜਿਨ੍ਹਾਂ ਦਾ ਹੁਣ ਭੈ ਖਤਮ ਹੋ ਗਿਆ, ਸਤਿਗੁਰ ਸਮਝਾਉਂਦੇ ਨੇ ਪਦੇ ਦੇ ਵਿੱਚ, ਉਹ ਸੇਵਕ ਬਣ ਗਏ ਨੇ। ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ। ਹੁਕਮ ਨੂੰ ਸਮਝ ਲੈਂਦੇ ਨੇ ਉਹ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ। ਉਹ ਠਾਕਰ ਕੇ ਸੇਵਕ ਨੇ। ਉਹ ਆਗਿਆਕਾਰੀ, ਮਨ ਆਗਿਆ 'ਚ ਆ ਜਾਂਦਾ ਹੈ, ਸੰਸਾਰ ਦਾ ਮੋਹ ਤਿਆਗ ਕੇ ਆਪਦਾ ਦੇਵਲੋਕ ਪਹੁੰਚ ਜਾਂਦਾ ਹੈ, ਆਗਿਆ 'ਚ ਰਹਿੰਦਾ ਵਾ, ਸਦਾ ਪੁਜਾਰੀ ਹੋ ਜਾਂਦਾ ਹੈ, ਉਹਦੇ ਭਾਣੇ 'ਚ ਖੜਾ ਰਹਿੰਦਾ ਹੈ। ਠਾਕਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ। ਹਾਂ, ਠਾਕਰ ਦਾ ਸੇਵਕ ਇਹੋ ਜਿਹਾ ਹੁੰਦਾ ਹੈ, ਉਹ ਸਾਰਿਆਂ ਨੂੰ ਪ੍ਰੇਮ ਕਰਦਾ ਵਾ, ਉਹਦੇ ਅੰਦਰ ਸਮਦ੍ਰਿਸ਼ਟੀ ਹੁੰਦੀ ਹੈ, ਨਿਰਮਲ ਰੀਤ ਹੁੰਦੀ ਹੈ, ਕਿਸੇ ਖਾਤਰ ਉਹਦੇ ਅੰਦਰ ਮੈਲ ਨਹੀਂ ਹੁੰਦੀ, ਸਾਰਿਆਂ ਦਾ ਭਲਾ ਚਾਹੁੰਦਾ ਉਹ। ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ। ਉਹ ਪ੍ਰਭ ਕਾ ਸੇਵਕ ਹੁੰਦਾ, ਉਹਦੇ ਨਾਮ ਦਾ ਰੰਗ ਚੜਿਆ ਹੁੰਦਾ। ਉਹ ਠਾਕਰ ਨੂੰ ਆਪਦੇ ਨੂੰ ਅੰਗ ਸੰਗ ਸਮਝਦਾ ਹੈ, ਕਿਉਂਕਿ ਹੁੰਦੇ ਹੀ ਉਹਦੇ ਨਾਲ ਹੈ। ਸੇਵਕ ਕੋ ਪ੍ਰਭ ਪਾਲਣਹਾਰ, ਸੇਵਕ ਕੀ ਰਾਖੇ ਨਿਰੰਕਾਰ। ਸੇਵਕ ਕੋ ਪ੍ਰਭ ਪਾਲਣਹਾਰਾ, ਸੇਵਕ ਕੀ ਰਾਖੇ ਨਿਰੰਕਾਰ। ਸਤਿਗੁਰ ਸਮਝਾਉਂਦੇ ਨੇ ਉਹ ਸੇਵਕ ਜਿਹੜਾ ਉਹਦੇ ਭਰੋਸੇ ਤੇ ਵਹਿੰਦਾ ਵਾ। ਮੇਰ ਤੇਰ ਜਬ ਇਹਨੇ ਚੁਕਾਈ, ਜਦੋਂ ਇਹ ਮੇਰ ਤੇਰ ਛੱਡ ਦਿੰਦਾ ਹੈ, ਫਿਰ ਉਹੀ ਪਾਲਦਾ ਤਾਂ ਪਹਿਲਾਂ ਵੀ ਉਹੀ ਸੀਗਾ। ਸਾਰੀ ਸ੍ਰਿਸ਼ਟੀ ਨੂੰ ਉਹੀ ਪਾਲਕ ਹੈ, ਸਿਰਜਣਹਾਰ ਉਹਨੇ ਪਾਲਣੀ ਹੈ। ਜਾਂ ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨ, ਸਾਰਿਆਂ ਨੂੰ ਸੰਭਾਲਦਾ ਤਾਂ ਉਹੀ ਸੀਗਾ। ਪਰ ਸਾਨੂੰ ਸਮਝ ਆ ਜਾਂਦੀ ਉਸ ਅਵਸਥਾ ਜਾ ਕੇ, ਫਿਰ ਅਸੀਂ ਉਹਤੇ ਭਰੋਸਾ ਕਰ ਲੈਂਦੇ ਹਾਂ ਵੀ ਉਹੀ ਪਾਲਣਹਾਰ ਆ। ਫਿਰ ਉਹਦੀ ਰੱਖਦਾ ਵੀ, ਉਹਦੀ ਕਿਰਪਾ ਕਰਦਾ ਹੈ, ਉਹਦੇ ਹੱਥ 'ਤੇ ਅੱਗੇ ਰੱਖਦਾ ਹੈ। ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਸ ਸਾਸ ਸਮਾਰੇ। ਸਾਂਸ ਸਾਂਸ ਉਹਦੇ ਗੁਣ ਗਾ ਰਿਹਾ ਵਾ। ਅੱਠੇ ਪਹਿਰ ਅੱਗੇ ਆ ਜਾਣਾ ਵਾ। 8 ਪਹਿਰ ਜੇ ਬਸੇ ਹਜ਼ੂਰੇ ਕੋ ਨਾਨਕ ਸਹੀ ਜਨ ਪੂਰੇ। ਜਿਹੜਾ ਅੱਠੇ ਪਹਿਰ ਉਹਦੇ ਗੁਣ ਗਾਉਂਦਾ ਵਾ, ਉਹ ਸੇਵਕ ਕੌਣ ਹੈ? ਉਹਦੀ ਕਿਰਪਾ ਤੋਂ ਬਿਨਾਂ ਅਸੀਂ ਸੇਵਕ ਨਹੀਂ ਬਣ ਸਕਦੇ। ਤੇ ਉਹ ਦਇਆ ਕਰਦਾ ਹੈ, ਦਇਆ ਦ੍ਰਿਸ਼ਟੀ ਕਰਦਾ, ਉਹੀ ਜਸ ਕਰ ਸਕਦਾ, ਸੱਚ ਦਾ ਨਹੀਂ। ਪਹਿਲਾਂ ਤਾਂ ਅਸੀਂ ਝੂਠ ਦਾ ਹੀ ਕਰਦੇ ਹਾਂ, ਆਪਦਾ ਹੀ ਕਰਾਉਂਦੇ ਹਾਂ। ਦੇਖਦੇ ਹੀ ਹਾਂ ਸੰਸਾਰ 'ਚ ਕਿੰਨਾ ਪ੍ਰਚਾਰ ਹੋ ਰਿਹਾ, ਸਭ ਆਪੋ ਆਪਦੀ ਬੁੜਾਈਆਂ ਕਰਾ ਰਹੇ ਨੇ। ਗੁਰੂ ਸਾਹਿਬਾਨਾਂ ਨੇ ਤਾਂ ਕਦੇ ਦਿਖਿਆ ਨਹੀਂ ਸਾਨੂੰ। ਸਾਰਾ ਗ੍ਰੰਥ ਸਾਹਿਬ ਅਸੀਂ ਵਿਚਾਰਿਆ, ਜਿੰਨੀ ਕੁ ਵੱਧ ਦਿੱਤੀ ਹੈ ਕੁਦਰਤ ਨੇ, ਉਹ ਤਾਂ ਕੁਦਰਤ ਦਾ ਹੀ ਜਸ ਕਰਦੇ ਨੇ। ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰੱਖੇ। ਉਹ ਪਦੇ ਤੋਂ ਬਾਅਦ, ਸੇਵਕ ਤੋਂ ਬਾਅਦ ਹੁਣ ਜਨ ਬਣ ਗਿਆ। ਜਨ ਹੁੰਦਾ ਜਾਣਨ ਵਾਲਾ, ਜਾਣਕਾਰ। ਸਾਰੀ ਜਿਹੜਾ ਖੇਲ ਨੂੰ ਸਮਝ ਲੈਂਦਾ ਵੀ ਕੁਦਰਤ ਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੁੰਦਾ। ਸੰਸਾਰ ਨਹੀਂ ਮੰਨ ਸਕਦਾ ਹੁਕਮ ਨੂੰ, ਕਿਉਂਕਿ ਉਹਨੂੰ ਗਿਆਨ ਹੀ ਨਹੀਂ ਹੁਕਮ ਦਾ ਹੈਗਾ। ਜਿਹੜਾ ਸਾਡਾ ਹੁਕਮ ਹੈ ਉਹ ਵਿਗਾੜਨਹਾਰਾ ਵਾ, ਜਿਹੜਾ ਕੁਦਰਤ ਦਾ ਹੁਕਮ ਹੈ ਸਵਾਰਨਹਾਰਾ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਨਾਨਕ ਸੱਚ ਸਵਾਰਨਹਾਰਾ, ਸੱਚ ਨਾਲ ਹੀ ਸਾਡੀ ਜਿਹੜੀ ਮਲੀਨਤਾ ਜਾਣੀ ਹੈ। ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਲਾਗ ਸਵਾਰੇ। ਆਨੰਦ ਸਾਹਿਬ ਦੇ ਬਚਨ ਸਤਿਗੁਰਾਂ ਦੇ। ਇਹ ਦਾਤਾ ਤੂੰ ਕਿਰਪਾ ਰਹਿਮਤ ਕਰਦੇ, ਇਹਨੂੰ ਸੱਚ ਨਾਲ ਜੋੜ ਕੇ ਇਹਨੂੰ ਸੰਵਾਰ ਦੇ। ਤਾਂ ਬਹੁਤ ਮਲੀਨ ਹੋ ਚੁੱਕਿਆ ਮਨ। ਉਹੀ ਸਤਿਗੁਰ ਸਮਝਾਉਂਦੇ ਨੇ, ਜਿਹੜਾ ਜਨ ਹੋ ਜਾਂਦਾ ਵਾ, ਜਾਣਕਾਰ ਹੋ ਜਾਂਦਾ, ਉਹਦੇ ਭਾਣੇ 'ਚ ਰਹਿੰਦਾ, ਉਹਦਾ ਪਰਦਾ ਢੱਕਦਾ, ਉਹ ਆਪਣੇ ਸੇਵਕ ਕੀ ਸਰ ਪਰ ਰੱਖੇ, ਉਹਦਾ ਪੂਰਾ ਖਿਆਲ ਰੱਖਦਾ ਵਾ। ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਚੁਕਾਈ। ਉਹਦੀ ਭਾਵਨਾ ਦੇਖ ਕੇ ਉਹ ਦਿਨ ਰਾਤ ਉਹਦੇ ਅੱਗੇ ਬੇਨਤੀਆਂ ਕਰਦਾ। ਬਿਰਥੀ ਨਾ ਹੋਏ ਜਨ ਕੀ ਅਰਦਾਸ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਹਰਿ ਨਾਮ ਸੋਭਾ, ਚਿੰਤਾ ਜਾਏ ਹਮਾਰੀ। ਉਹ ਮੰਗਦਾ ਰਹਿੰਦਾ, ਉਹ ਦੇ ਦਿੰਦਾ ਵਡਾਈ। ਲੈ ਵੀ ਤੂੰ ਕਰ ਲੈ ਵਡਾਈ। ਹੁਣ ਤਾਂ ਵਡਾਈ ਦੀ ਲੋੜ ਨਹੀਂ, ਉਹ ਤਾਂ ਹੈ ਹੀ ਵੱਡਾ। ਆਪਣੇ ਸੇਵਕ ਕੀ ਆਪ ਪਤ ਰਾਖੇ, ਤਾਂ ਕਿ ਗਤਮਿਤ ਕੋਈ ਨ ਲਾਖੇ। ਉਹ ਸੇਵਕ ਬਾਰੇ ਨਹੀਂ ਕੋਈ ਦੱਸ ਸਕਦਾ, ਕਿਉਂਕਿ ਉਹ ਤਾਂ ਉਹਦੇ ਚਰਨਾਂ 'ਚ ਪਹੁੰਚ ਗਿਆ, ਉਹਦਾ ਦੇਵਲੋਕ ਪਹੁੰਚ ਗਿਆ। ਉਹ ਤਾਂ ਜਸ ਕਰ ਰਿਹਾ ਉਹਦਾ। ਸਾਡਾ ਹਾਲੇ ਕਾਲ ਤੋਂ ਛੁਟਕਾਰਾ ਵੀ ਨਹੀਂ ਹੋਇਆ। ਸੇਵਕ ਅਸੀਂ ਵੀ ਹੈਗੇ ਹਾਂ, ਉਹਦੇ ਬਾਰੇ ਕੌਣ ਦੱਸੂਗਾ? ਇੰਨੀ ਬੁੱਧ ਵਾਲੀ ਨਹੀਂ ਹੁੰਦੀ ਕਿਸੇ ਦੀ। ਇਹ ਮਾਰਗ ਨੂੰ ਉਹੀ ਸਮਝਣਗੇ ਜਿਹੜੇ ਮਾਰਗ 'ਤੇ ਚੱਲਣਗੇ। ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣ। ਫਿਰ ਉਹੀ ਜਾਣਨਗੇ ਜਿਹੜੇ ਬ੍ਰਹਮ ਗਿਆਨ ਮਾਰਗ 'ਤੇ ਚੱਲਣਗੇ। ਬ੍ਰਹਮ ਗਿਆਨ ਮਾਰਗ ਹੈ, ਜੋ ਬ੍ਰਹਮ ਵਿਦਿਆ ਹੋਣੀ ਹੈ।
ਇਹ ਵਿਦਿਆ ਪ੍ਰਾਪਤ ਕਰਨੀ ਆ ਆਪਾਂ, ਬ੍ਰਹਮ ਵਿਦਿਆ ਵਾ ਇਹ ਵਿਦਿਆ ਦਾ ਮਤਲਬ ਆਤਮਾ ਪ੍ਰਾਤਮਾ ਇੱਕ ਹੋ ਜਾਣੀ ਹੈ, ਪਤਾ ਹੀ ਨਹੀਂ ਲੱਗਣਾ ਸਾਨੂੰ। ਇਹੀ ਤਾਂ ਕਰਾਮਾਤ ਪੂਰੀ ਹੋਈ, ਕਰਾਮਾਤ ਆਪ ਸਿਰਜਣਹਾਰੇ ਧਾਰੇ। ਪਤਾ ਹੀ ਨਹੀਂ ਲੱਗਦਾ, ਮਨ ਚਿੱਤ ਇੱਕ ਹੋ ਜਾਂਦੇ ਨੇ, ਦੇਵਲੋਕ ਪਹੁੰਚ ਜਾਂਦਾ, ਮਾਇਆ ਛੁੱਟ ਜਾਂਦੀ ਹੈ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈ ਰਹੇ ਹਾਂ, ਦੇਖੋ ਭਾਈ ਗਿਆਨ ਕੀ ਆਈ ਜਾਂਦੀ, ਸਦਾ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬੰਧੀ। ਮਾਇਆ ਨੇ ਜਿਹੜੀ ਸੁਰਤ ਬੰਨੀ ਸਾਡੀ ਮਾਇਆ ਦੇ ਸੰਸਾਰੀ ਰਿਸ਼ਤਿਆਂ ਨਾਲ, ਕਹਿੰਦੇ ਜਿਵੇਂ ਹਨੇਰੀ ਛੱਪਰ ਉੱਡ ਜਾਂਦਾ ਹੈ, ਗਿਆਨ ਨਾਲ ਜਿਹੜੀ ਸਾਡੀ ਸੁਰਤ ਹੈ ਅੰਦਰ ਸ਼ਬਦ ਨਾਲ ਜਾ ਜੁੜਦੀ ਹੈ, ਮਾਇਆ ਛੱਡ ਜਾਂਦੀ, ਪਤਾ ਹੀ ਨਹੀਂ ਲੱਗਦਾ। ਇਹੀ ਤਾਂ ਕਰਾਮਾਤ ਆ ਉਹਦੀ। ਪ੍ਰਭ ਕੇ ਸੇਵਕ ਕੋ ਕੋਹ ਨਾ ਪਹੁੰਚੇ, ਪ੍ਰਭ ਕੇ ਸੇਵਕ ਊਚ ਤੇ ਉੱਚੇ। ਉਹਨਾਂ ਦੀ ਬੁੱਧ ਬਲ ਦਾ ਅੰਦਾਜ਼ਾ ਕੋਈ ਲਾ ਹੀ ਨਹੀਂ ਸਕਦਾ, ਕਿਉਂਕਿ ਉਹ ਤਾਂ ਗੁਰ ਕੀ ਮੱਤ ਹੁੰਦੀ ਹੈ ਉਹਨਾਂ ਕੋਲੇ। ਗੁਰ ਕੀ ਮੱਤ ਆਪਾਂ ਦੇਖਦੇ ਹੀ ਹਾਂ, ਫਿਰ ਗੁਰ ਤਾਂ ਮਾਇਆ ਤੋਂ ਪਰੇ ਬੈਠਾ ਵਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਤਾਰੇ। ਉਹ ਤਾਂ ਫਿਰ ਮਾਇਆ ਤੋਂ ਪਰੇ ਬੈਠਾ, ਮਾਇਆ ਦੇ ਲੋਕ ਕਿਵੇਂ ਸਮਝਣਗੇ, ਉਹ ਸੇਵਕ ਨੂੰ ਕਿਵੇਂ ਸਮਝਣਗੇ। ਊਚ ਤੇ ਉੱਚੇ, ਉਹ ਦੇਵਲੋਕ ਦੇ ਵਾਸੀ ਨੇ, ਅਸੀਂ ਕਲਯੁਗ ਦੇ ਵਾਸੀ ਹਾਂ। ਅਸੀਂ ਦੁੱਖ ਸਾਗਰ 'ਚ ਹਾਂ, ਸੁੱਖ ਸਾਗਰ 'ਚ ਰਹਿੰਦਾ। ਦੁੱਖ ਸਾਗਰ ਵਾਲਾ ਸੁੱਖ ਸਾਗਰ ਨੂੰ ਕਿਵੇਂ ਜਾਣ ਸਕਦਾ? ਹਾਂ, ਜਾਣ ਸਕਦਾ ਹੈ ਜੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੂ, ਸੱਚ ਦੀ ਕਮਾਈ ਕਰੂਗਾ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਸਤਿਗੁਰ ਸਮਝਾਉਂਦੇ ਨੇ ਵੀ ਜਿਹੜਾ ਗੁਰਸਿੱਖ ਗੁਰਸ਼ਬਦ ਦੀ ਕਮਾਈ ਕਰਦਾ ਵਾ, ਆਪਦੀ ਸੇਵਾ ਜਿਹਨੂੰ ਉਹ ਜਸ ਦੇ ਦਿੰਦਾ, ਆਪਦੀ ਵਡਾਈ ਦੇ ਦਿੰਦਾ ਵਾ, ਉਹ ਛੁਪ ਕੇ ਨਹੀਂ ਜਾਂਦਾ, ਉਹ ਪ੍ਰਗਟ ਹੋ ਕੇ ਜਾਂਦਾ ਵਾ। ਹਰ ਕਾ ਭਗਤ ਪ੍ਰਗਟੇ ਨਾ ਛੱਪੇ, ਉਹ ਕਿੰਨਿਆਂ ਨੂੰ ਹੋਰ ਨਾਲ ਲੈ ਜਾਂਦਾ। ਆਪਾਂ ਸ਼ਲੋਕ ਪੜ੍ਹ ਲੈਂਦੇ ਹਾਂ, ਪਵਨ ਗੁਰੂ ਪਾਣੀ ਪਿਤਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾ, ਨਾਨਕ ਤੇ ਮੁਖ ਉਜਲੇ ਕੇਤੀ ਸੁਖੀ। ਕਿੰਨੇ ਹੋਰ ਨਾਲ ਨਿਕਲ ਜਾਂਦੇ। ਮੁਖ ਉਜਲ ਤੋਂ ਭਾਵ ਉਹਨੂੰ ਪਰਲੋਕ ਦਰਸ਼ਨ ਹੋ ਜਾਂਦਾ ਹੈ, ਲੋਕ ਪਰਲੋਕ ਦੋਨੇ ਦੇਖਣ ਲੱਗੇ, ਉਹਦੀ ਖਾਤਰ ਦੋਨੇ ਰਾਹ ਖੁੱਲ੍ਹ ਜਾਂਦੇ ਨੇ। ਉਹ ਲੋਕ ਵੀ ਰਹਿ ਸਕਦਾ, ਪਰਲੋਕ 'ਚ ਵੀ ਰਹਿ ਸਕਦਾ ਵਾ। ਉਹੀ ਤਾਂ ਸੇਵਕ ਹੈ, ਦੋ ਹੀ ਰਾਹ ਖੋਲ੍ਹਤੇ ਉਹਨੇ। ਨਿੱਕੀ ਕੀਰੀ ਮਹਿਕਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ। ਇਹਦੇ ਬਾਰੇ ਵੀ ਬਹੁਤ ਭਰਮ ਪਾਇਆ ਹੋਇਆ ਵੀ ਕੀੜੀ ਲੱਖਾਂ ਨੂੰ ਮਾਰ ਦਿੰਦੀ ਹੈ। ਨਹੀਂ, ਇਹਨੂੰ ਸਮਝਣਾ ਸੀ, ਵਿਚਾਰਨਾ। ਸਤਿਗੁਰ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ? ਨਿੱਕੀ ਕੀਰੀ ਮੈਂ ਕੱਲ ਰਾਖੇ, ਕੱਲ ਹੁੰਦੀ ਹੈ ਕਲਾ, ਕਲਾ ਹੁੰਦਾ ਗਿਆਨ। ਪਿੱਛੇ ਆਪਾਂ ਪੜ੍ਹਿਆ ਹੀ ਹੈ ਸ਼ਲੋਕ, ਸਰਬ ਕਲਾ ਭਰਪੂਰ ਪ੍ਰਭ, ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ, ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬੋਲਿਆ। ਹਾਂ, ਇਹ ਜਿਹੜੀ ਕਲਾ ਗਿਆਨ ਕੁਦਰਤ ਨੇ ਦਿੱਤਾ ਸੰਸਾਰ ਨੂੰ, ਉਹਦੀ ਕਿਰਪਾ ਹੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗ। ਗਿਆਨ ਰੰਗ ਤੋਂ ਭਾਵ ਗਿਆਨ, ਅਨੇਕਾਂ ਹੀ ਗਿਆਨ ਦੇ ਕੇ ਸ੍ਰਿਸ਼ਟੀ ਜਿਹੜੀ ਹੈਗੀ ਆ ਅਸੀਂ ਕਮਾਉਂਦੇ ਹਾਂ, ਖਾਂਦੇ, ਇਹ ਵੀ ਤਾਂ ਉਹਦੇ ਗਿਆਨ ਦਿੱਤਾ ਹੋਇਆ। ਕੀੜੀ ਦੇ ਵਿੱਚ ਵੀ ਉਹ ਕਲਾ ਰੱਖੀ ਹੋਈ ਹੈ। ਜਿਹੜੇ ਸਾਡੇ ਬਾਡੀ ਦੇ ਪਾਰਟ ਨੇ ਉਨੇ ਹੀ ਉਹਦੇ ਵਿੱਚ ਨੇ। ਉਹਦਾ ਸਰੀਰ ਦੇਖ ਲਓ ਔਰ ਸਾਡਾ ਦੇਖ ਲਓ, ਇਹੀ ਤਾਂ ਉਹਦੀ ਕਲਾ ਵਾ। ਕੁਛ ਵੀ ਕਰ ਸਕਦਾ। ਸਤਿਗੁਰ ਸਮਝਾਉਂਦੇ ਨੇ ਉਹਦੀ ਸ਼ਕਤੀ ਬਾਰੇ, ਉਹ ਕੁਛ ਵੀ ਕਰ ਸਕਦਾ। ਪਲ ਮੇ ਥਾਪ ਥਾਪਦਾ, ਲੱਖਾਂ ਹੀ ਜੀਵ ਸਾਹ ਲੈਣ ਲੱਗ ਜਾਂਦੇ, ਲੱਖਾਂ ਹੀ ਸਾਹ ਬੰਦ ਹੋ ਜਾਂਦੇ। ਸਾਡੀ ਉਹਦੀ ਦਾ ਵਿਸ਼ਾ ਹੀ ਨਹੀਂ ਹੈਗਾ ਵੀ ਅਸੀਂ ਇਹ ਕਿਵੇਂ ਹੋ ਰਿਹਾ। ਉਹੀ ਤਾਂ ਸਮਝਣ ਆਇਆ ਸੀ ਇਹ। ਜੇ ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲਈਏ, ਜੀ ਜੰਤ ਸਭ ਤੁਧ ਉਪਾਏ ਵੇਖ ਪਰਸਨ ਆਇਆ। ਉਹੀ ਤਾਂ ਪਰਸਨ ਆਇਆ ਸੀਗਾ, ਸਾਰੇ ਕੁਦਰਤ ਨੇ ਪੈਦਾ ਕੀਤੇ, ਉਹਦੇ ਚਰਨ ਪਰਸਨ ਤਾਂ ਅਸੀਂ ਆਏ, ਹੁਣ ਫੇਰ ਰਹਿ ਜਾਵਾਂਗੇ। ਜੇ ਅਸੀਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਨਾ ਚੱਲੇ, ਫੇਰ ਰਹਿ ਜਾਵਾਂਗੇ, ਫਿਰ ਕਾਲ ਲੈ ਜਾਊਗਾ। ਭਸਮ ਕਰੇ ਲਸਕਰ ਕੋਟ ਲਾ ਕੇ, ਉਹੀ ਸਮਝਾ ਰਹੇ ਸਤਿਗੁਰੂ। ਚਾਹੇ ਲੱਖਾਂ ਲਸਕਰਾਂ ਨੂੰ ਭਸਮ ਕਰ ਸਕਦਾ, ਉਹਨੇ ਹੀ ਬਣਾਏ ਨੇ, ਜਦੋਂ ਬਣਾਏ ਨੇ ਭਸਮ ਵੀ ਕਰ ਸਕਦਾ। ਜਿਹੜੀ ਚੀਜ਼ ਅਸੀਂ ਬਣਾਈ ਹੈ ਤੋੜ ਵੀ ਸਕਦੇ ਹਾਂ। ਜਿਸ ਕਾ ਸਾਸ ਨ ਕਾਢਤ ਆਪ, ਤਾਂ ਕੋ ਰੱਖ ਦੇ ਕਰ ਹਾਥ। ਦੇਖਦੇ ਹਾਂ ਆਪਾਂ ਕਿੱਡੇ ਕਿੱਡੇ ਸੰਸਾਰ ਦੇ ਵਿੱਚ ਵੱਡੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ, ਸਿਆਣੇ ਮਰ ਜਾਂਦੇ ਨੇ, ਬੱਚੇ ਬਚ ਜਾਂਦੇ, ਫਿਰ ਉਹਨੂੰ ਕੌਣ ਬਚਾਉਂਦਾ? ਪਰ ਜਿਹਨੂੰ ਰੱਖਣਾ ਚਾਹੁੰਦਾ ਕੋਈ ਨਹੀਂ ਮਾਰ ਸਕਦਾ। ਸਾਡਾ ਭਰਮ ਜ਼ਰੂਰ ਹੈ। ਆਪਾਂ ਰੋਜ਼ ਰਹਿ ਰਾਸਤ ਕੀਰਤਨ ਸੋਲਾ ਪੜ੍ਹਦੇ, ਉਹਦੇ ਵਿੱਚ ਰੋਜ਼ ਵਿਚਾਰ ਕਰਦੇ ਹਾਂ, ਪਰ ਸਮਝਦੇ ਨਹੀਂ ਵੀ ਸਾਨੂੰ ਸਤਿਗੁਰ ਕੀ ਸਮਝਾ ਰਿਹਾ। ਸੰਮਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ। ਦੇਖ ਲਓ ਗਿਆਨ ਦਾ ਤੇਲ ਪਾ ਕੇ ਭਾਈ। ਸਾਹਾ ਜਿਹੜਾ ਸਾਡਾ ਸੰਮਤ ਸਮਾਂ, ਇੱਥੇ ਤਾਂ ਲਿਖਿਆ ਹੈਗਾ, ਦੇਵਲੋਕ 'ਚੋਂ ਲਿਖਾ ਕੇ ਆਉਂਦੇ ਅਸੀਂ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਦੇਖ ਲਓ ਭਾਈ ਗਿਆਨ ਲੈ ਕੇ, ਇਹ ਤਾਂ ਲਿਖਿਆ ਗਿਆ ਪਹਿਲਾਂ ਹੀ, ਸਾਰਾ ਫਾਈਨਲ ਹੋ ਚੁੱਕਿਆ। ਡਰਦੇ ਕਿਉਂ ਅਸੀਂ? ਸਾਨੂੰ ਗਿਆਨ ਨਹੀਂ ਹੈਗਾ। ਮਾਨਸ ਯਤਨ ਕਰਤ ਬਹੁ ਭਾਤ, ਤਿਸਕੇ ਕਰਤਵ ਬਿਰਥੇ ਜਾਤ। ਮਨੁੱਖ ਤਾਂ ਬਹੁਤ ਯਤਨ ਕਰਦੇ ਨੇ, ਇੱਕ ਦੂਜੇ ਨੂੰ ਠੱਗੀਆਂ ਵੀ ਲਾਉਂਦੇ ਨੇ, ਸਾਰਾ ਕੁਛ ਕਰਦੇ ਨੇ, ਪਰ ਉਹ ਸਭ ਬਿਰਥੀ ਚਲੇ ਜਾਂਦੇ। ਜੋ ਕੁਦਰਤ ਚਾਹੁੰਦੀ ਹੁੰਦਾ ਉਹੀ ਹੈ। ਫਿਰ ਅਸੀਂ ਵੀ ਥੱਕ ਕੇ ਬਹਿ ਜਾਂਦੇ ਹਾਂ।
ਮਾਰੇ ਨ ਰਾਖੇ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ। ਆਇਓ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ, ਜਿਹਨੂੰ ਸੱਚ ਦਾ ਗਿਆਨ ਹੋ ਜਾਂਦਾ, ਭਾਈ ਜਦੋਂ ਸਾਰੇ ਜੀਵ ਬਣਾਏ ਉਹਨੇ ਨਹੀਂ, ਫਿਰ ਉਹੀ ਤਾਂ ਉਹਦੇ ਹੁਕਮ ਨਹੀਂ ਮਰੋ, ਉਹਦੇ ਹੁਕਮ ਨਹੀਂ ਪੈਦਾ ਹੁੰਦੇ ਨੇ, ਫਿਰ ਦੂਆ ਕਿਵੇਂ ਮਾਰਦਾ ਵਾ? ਉਹ ਸਾਡਾ ਭਰਮ ਸੀਗਾ, ਸਮੇਂ ਅਨੁਸਾਰ ਵਿਧੀ ਬਣੀ ਹੈ, ਕੁਦਰਤ ਨੇ ਸਿਸਟਮ ਇੱਕ ਬਣਾਇਆ, ਸ੍ਰਿਸ਼ਟੀ ਸਾਜੀ ਹੈ, ਉਹਦਾ ਖੇਲ ਹੈ, ਉਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ। ਸਰਬ ਜੀਆਂ ਕਾ ਰਾਖਾ ਸੋਏ। ਸਾਰੇ ਜਦੋਂ ਪਾਲਦਾ, ਫਿਰ ਰਾਖਾ ਵੀ ਤਾਂ ਉਹੀ ਹੈ। ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ। ਸਤਿਗੁਰ ਸਮਝਾਉਂਦੇ, ਇਹ ਜੀਵ ਤੂੰ ਕਿਉਂ ਚਿੰਤਾ ਕਰਦਾ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਰਾਖੇਗਾ ਸਿਰਜਣਹਾਰ, ਜਿਹਨੂੰ ਪਾਈ ਮੇਦ ਨਹੀਂ ਸੋਈ ਕਰਦਾ ਸਾ, ਜਿਹਨੇ ਪੈਦਾ ਕੀਤੀ ਉਹੀ ਖਿਆਲ ਰੱਖ ਰਿਹਾ, ਤੂੰ ਕਿਉਂ ਡੋਲਦਾ ਮਾਂ, ਤੂੰ ਕਿਉਂ ਸੋਚਦਾ ਮਾਂ? ਸੋਚਣ ਤੋਂ ਚਿੰਤਾ ਪੈਦਾ ਹੁੰਦੀ। ਸਤਿਗੁਰ ਜਾਣਦੇ ਸੀ, ਆਪਾਂ ਨੂੰ ਸਮਝਾਇਆ ਵੀ ਜਪਜੀ ਸਾਹਿਬ ਦੇ ਵਿੱਚ, ਸੋਚੇ ਸੋਚ ਨਾ ਹੋ ਜੇ ਸੋਚੇ ਲਖਵਾ। ਹਾਂ, ਜਪ ਨਾਨਕ ਪ੍ਰਭ ਅਲਖ ਵਡਾਣੀ। ਜਪ ਤੋਂ ਭਾਵ ਸਮਝਣਾ ਰਹਿਣਾ, ਵਿਚਾਰਦੇ ਰਹਿਣਾ। ਕਿਹਨੂੰ? ਅਲਖ ਨੂੰ। ਅਲਖ ਹੁੰਦਾ ਜਿਹੜਾ ਅੱਖਾਂ ਨਾਲ ਨਹੀਂ ਦਿੰਦਾ ਹੈਗਾ, ਉਹ ਫਿਰ ਆਪਾਂ ਨੂੰ ਦਿਵ ਦ੍ਰਿਸ਼ਟੀ ਨਾਲ ਆਪਾਂ ਨੂੰ ਸਮਝ ਆਉਣੀ ਹੈ। ਉਹ ਹੁੰਦਾ ਵੇਖਣਾ, ਜਿਹੜਾ ਅੱਖਾਂ ਨਾਲ ਅਸੀਂ ਦੇਖਦੇ ਹਾਂ ਉਹਨੂੰ ਦੇਖਣਾ ਕਹਿੰਦੇ ਨੇ। ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਇਹ ਬਾਰੰਬਾਰ ਜਪਦੇ ਰਹਿਣਾ, ਇਹਨੂੰ ਸਮਝਦੇ ਰਹਿਣਾ ਪ੍ਰਭ ਨੂੰ, ਫਿਰ ਇਹ ਮਨ ਨੂੰ ਜੋ ਅੰਮ੍ਰਿਤ ਗਿਆਨ ਮਿਲਦਾ ਰਹਿੰਦਾ ਹੈ, ਰਚ ਜਾਂਦਾ ਮਨ ਹੈ, ਉਹ ਸਾਨੂੰ ਦ੍ਰਿਸ਼ਟੀ ਮਿਲਦੀ ਹੈ, ਉਹਦੇ ਨਾਲ ਵੇਖਣਾ। ਫਿਰ ਸੱਚ ਨੂੰ ਅਸੀਂ ਬੁੱਧੀ ਨਾਲ ਦਰਸ਼ਨ ਹੋਣਾ, ਹੁਣ ਅੱਖਾਂ ਨਾਲ ਨਹੀਂ। ਜੇ ਅੱਖਾਂ ਨਾਲ ਦਰਸ਼ਨ ਹੁੰਦਾ, ਪ੍ਰਹਲਾਦ ਭਗਤ ਸੀ, ਕਬੀਰ ਜੀ ਨੂੰ ਕਲੇਸ਼ ਦਿੱਤਾ ਰਾਜੇ ਨੇ, ਉਹਨੂੰ ਕਿਉਂ ਨਹੀਂ ਪਤਾ ਲੱਗਿਆ ਵੀ ਇਹ ਸੰਤ ਹੈ, ਸਤਿਗੁਰੂ ਸੀਗੇ? ਦੇਖ ਲਓ ਪਿੱਛੇ ਨਿਗਾਹ ਮਾਰ ਕੇ, ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਹੈਗਾ, ਇਹ ਦਿਵ ਦ੍ਰਿਸ਼ਟੀ ਦਾ ਵਿਸ਼ਾ ਵਾ, ਉਹ ਸਾਨੂੰ ਮਿਲਣੀ ਹੈ ਸਤਿਗੁਰ ਤੋਂ। ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਨਾਮ ਰਤਨ ਜਿਨ ਗੁਰਮੁਖ ਪਾਇਆ, ਜਿਹੜੇ ਗੁਰਮੁਖ ਪਾ ਲੈਂਦੇ ਨੇ, ਗੁਰੂ ਦੀ ਮੱਤ ਅਨੁਸਾਰ ਚੱਲ ਕੇ। ਕਬੀਰ ਤੂੰ ਹੀ ਕਬੀਰ ਤੇਰੋ ਨਾਮ ਕਬੀਰ, ਰਾਮ ਰਤਨ ਤਬ ਪਾਈਏ ਪਹਿਲੇ ਤਜੋ ਸਰੀਰ। ਸਰੀਰ ਛੱਡਦਾ ਨਹੀਂ, ਸਰੀਰ ਦੀਆਂ ਲੋੜਾਂ ਛੱਡਦਾ ਨਹੀਂ, ਸਰੀਰ ਨੂੰ ਪ੍ਰੇਮ ਛੱਡਦਾ ਨਹੀਂ, ਰਾਮ ਰਤਨ ਵੀ ਪਾਲਦਾ। ਕਹਿੰਦੇ ਜਿਨ੍ਹਾਂ ਨੇ ਪਾ ਲਿਆ ਉਹਨਾਂ ਦੇ ਅੰਦਰ ਤਾਂ ਕੋਈ ਇੱਛਾ ਹੀ ਨਹੀਂ ਰਹਿੰਦੀ। ਤਿਸ ਕਿਸ ਅਵਰ ਨਹੀਂ ਦ੍ਰਿਸ਼ਟਾਇਆ, ਦ੍ਰਿਸ਼ਟੀ ਜਾਂਦੀ ਹੀ ਨਹੀਂ ਕਿਤੇ, ਜਿਹਨੂੰ ਨਾਮ ਦੀ ਪ੍ਰਾਪਤੀ ਹੋ ਗਈ, ਸਮਝ ਆ ਗਈ। ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ। ਉਹਨਾਂ ਕੋਲ ਕੀ ਹੁੰਦਾ? ਹਰ ਜਨਾਂ ਕੋਲੇ ਨਾਮ ਧਨ ਹੁੰਦਾ, ਉਹਨਾਂ ਕੋਲੇ ਨਾਮ ਧਨ ਹੀ ਵੰਡਦੇ ਨੇ, ਉਹੀ ਰੂਪ ਹੁੰਦਾ ਉਹਨਾਂ ਦਾ, ਰੰਗ ਤੋਂ ਭਾਵ ਗਿਆਨ, ਉਹੀ ਗਿਆਨ ਹੁੰਦਾ ਉਹਨਾਂ ਕੋਲ। ਨਾਮ ਨੇ ਸੁੱਖ ਮਹਿਸੂਸ ਕਰਦੇ ਨੇ, ਹਰ ਨਾਮ ਦਾ ਹੀ ਸੰਗ ਹੁੰਦਾ ਉਹਨਾਂ ਦਾ। ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ। ਕਿਸੇ ਨੂੰ ਉਪਦੇਸ਼ ਕਰ ਰਹੇ ਨੇ ਸਤਿਗੁਰ ਵੀ ਜਿਹੜੇ ਜਨ ਨਾਮ ਰਸ ਨਾਲ ਤ੍ਰਿਪਤ ਹੋ ਜਾਂਦੇ ਨੇ, ਉਹਦੇ ਅੰਦਰ ਤਾਂ ਇੱਛਾ ਹੀ ਨਹੀਂ ਰਹਿੰਦੀ, ਫਿਰ ਤੁਸੀਂ ਇੱਛਾ ਕਾਹਦੀ ਹੈ ਤੁਹਾਡੀ? ਫਿਰ ਕਾਹਦੇ ਧਰਮ ਕਰਮ ਕਰਦੇ ਜਦੋਂ ਤੁਹਾਡੀ ਇੱਛਾ ਹੀ ਖਤਮ ਹੋ ਗਈ? ਇਹਦਾ ਮਤਲਬ ਤੁਹਾਡੀ ਇੱਛਾ ਨਹੀਂ ਖਤਮ ਹੋਈ, ਤੁਸੀਂ ਝੂਠ ਬੋਲਦੇ ਹੋ। ਜਿਨ੍ਹਾਂ ਨਾਮ ਸੁਹਾਗਣੀ ਤਿੰਨਾ ਕੱਖ ਨਾ ਹੋ, ਜਿਹੜੀਆਂ ਸੁਹਾਗਣੀਆਂ ਹੋ ਗਈਆਂ, ਜਿਹਨੂੰ ਆਤਮਾ ਪ੍ਰਾਤਮਾ ਇੱਕ ਹੋ ਗਈ, ਜਿਹਦੀ ਦਰਸ਼ਨ ਹੋ ਗਿਆ, ਉਹਨਾਂ ਤਾਂ ਝਾਕ ਰਹਿੰਦੀ ਨਹੀਂ, ਉਹੀ ਸਤਿਗੁਰ ਸਮਝਾ ਰਹੇ ਨੇ। ਮਨ ਤਨ ਨਾਮੇ ਨਾਮ ਸਮਾਨੇ, ਉਹ ਤਾਂ ਤ੍ਰਿਪਤ ਹੋ ਗਏ, ਉਹਦੀ ਇੱਛਾ ਹੀ ਨਹੀਂ ਹੁੰਦੀ ਕੋਈ। ਉਹਨਾਂ ਦੀ ਇੱਛਾ ਕੀ ਹੁੰਦੀ ਹੈ? ਜੀਵਨ ਰੂਪ ਗੋਪਾਲ ਜਸ ਭਗਤ ਜਨਾ ਕੀ ਰਾਸ। ਹਾਂ, ਭਗਤ ਜਨਾਂ ਦਾ ਜੀਵਨ ਹੀ ਹੁੰਦਾ ਗੋਪਾਲ ਦਾ ਜਸ ਕਰਨਾ। ਉਠਤ ਬੈਠਤ ਸੋਭਤ ਨਾਮ ਕਉ ਨਾਨਕ ਜਨ ਕੇ ਸਦਕਾਮ। ਉਹ ਜਨ ਜੀ ਨੇ ਜਾਣ ਲਿਆ, ਉਹਦਾ ਤਾਂ ਕੰਮ ਹੀ ਖਤਮ ਹੋ ਗਿਆ, ਹੋਰ ਉਹਦਾ ਕੰਮ ਹੀ ਨਹੀਂ ਕੋਈ ਰਹਿ ਗਿਆ। ਉੱਠਦੇ ਬਹਿੰਦੇ ਕੁਦਰਤ ਦਾ ਜਸ ਕਰਨਾ, ਗੋਪਾਲ ਦਾ ਜਸ ਕਰਨਾ। ਬੋਲੋ ਜਸ ਗੈਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ। ਹਾਂ, ਇਸ ਅਵਸਥਾ 'ਚ ਜਾ ਕੇ ਸਤਿਗੁਰੂ ਸਮਝਾਉਂਦੇ ਨੇ, ਮਨ ਬੁੱਧੀ ਪੂਰੇ ਖੁਸ਼ ਹੋ ਜਾਂਦੇ ਨੇ, ਉਹਦੇ ਚਾਅ ਬਣਿਆ ਰਹਿੰਦਾ ਵਾ। ਉਹ ਆਪਾਂ ਨੂੰ ਕੋਈ ਪ੍ਰਾਪਤੀ ਹੁੰਦੀ, ਸੰਸਾਰੀ ਵੀ ਪ੍ਰਾਪਤੀ ਹੁੰਦੀ, ਮਾਇਆ 'ਚ ਆਪਾਂ ਨੂੰ ਚਾਅ ਬਣਦਾ, ਪਰ ਉਹ ਕੁਛ ਟਾਈਮ ਲਈ ਹੁੰਦਾ, ਇਹ ਸਦੀਵੀ ਚਾਅ ਵਾ। ਖੁਸ਼ ਹੋ ਕੇ ਮਨ ਬੁੱਧੀ ਫਿਰ ਦਿਨ ਰਾਤ ਉਹ ਕੁਦਰਤ ਦਾ ਜਸ ਕਰਦੇ ਨੇ, ਵਿਚਾਰ ਕਰਦੇ ਨੇ, ਕਹਿੰਦੇ ਆਪਾਂ ਨੂੰ ਪ੍ਰਭ ਨੇ ਕਿਰਪਾ ਕੀਤੀ ਹੈ, ਦਾਤ ਕੀਤੀ ਹੈ, ਹੁਣ ਆਪਾਂ ਦਿਨ ਰਾਤ ਉਹਦਾ ਜਸ ਕਰੀਏ। ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ। ਸੰਸਾਰ ਨੂੰ ਪਿਆਰ ਕੋਈ ਲੱਗੇ, ਸੰਸਾਰ ਨੂੰ ਨਹੀਂ ਇਹ ਸਮਝ ਹੁੰਦੀ ਵੀ ਇਹ ਕੀ ਬੋਲ ਰਿਹਾ ਵਾ। ਉਹ ਕਿਸੇ ਦਬਾਅ 'ਚ ਨਹੀਂ ਭਗਤੀ ਕਰਦਾ ਹੈਗਾ, ਜਾਂ ਮਾਇਆ ਦੇ ਲੋਭ 'ਚ ਭਗਤੀ ਨਹੀਂ ਕਰਦਾ, ਉਹਦੇ ਅੰਦਰ ਚਾਅ ਹੁੰਦਾ, ਕਿਉਂਕਿ ਉਹ ਆਪਣੇ ਪ੍ਰਭ ਨਾਲ ਜੁੜੇ ਹੁੰਦੇ। ਉਹ ਜਾਣ ਲੈਂਦੇ ਨੇ ਵੀ ਇਹ ਜੀਵ ਦਾ ਛੁਟਕਾਰਾ ਜਿਹੜਾ ਹੈਗਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਕਾਲ ਨੇ ਇਹਨੂੰ ਛੱਡਣਾ ਨਹੀਂ। ਤਾਂ ਉਹ ਲੋਕਾਂ ਨੂੰ ਸਮਝਾਉਂਦੇ ਨੇ, ਪਹਿਲਾਂ ਤਾਂ ਆਪ ਛੁੱਟਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ ਨੇ। ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਸਾਨੇ। ਹਾਂ, ਜੋ ਸੰਸਾਰ 'ਚ ਹੋ ਰਿਹਾ ਹੈ ਅੱਗੇ ਨੂੰ ਹੋਊਗਾ, ਜੋ ਹੁੰਦਾ ਹੈ ਹੁੰਦਾ ਤਾਂ ਹੁਕਮ 'ਚ ਹੈ, ਪਰ ਮਨ ਨਹੀਂ ਮੰਨਦਾ ਹੈਗਾ। ਪਰ ਉਹ ਜਿਹੜੇ ਗੁਰਸਿੱਖ ਹੁੰਦੇ ਨੇ, ਜਨ ਹੁੰਦੇ ਨੇ, ਉਹ ਮੰਨ ਲੈਂਦੇ ਨੇ ਵੀ ਕੁਦਰਤ ਦੇ ਹੁਕਮ 'ਚ ਹੋਇਆ ਜੋ ਵੀ ਹੋਇਆ, ਪ੍ਰਭ ਆਪਣੇ ਦਾ ਹੁਕਮ ਉਹਨਾਂ ਨੇ ਪਛਾਣ ਲਿਆ ਹੁੰਦਾ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ।
ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿੰਦੇ ਹਉਮੈ ਖਤਮ ਹੋ ਚੁੱਕੀ ਹੁੰਦੀ ਹੈ। ਉਹਨਾਂ ਨੇ ਹੁਕਮ ਨੂੰ ਸਮਝ ਲਿਆ ਹੁੰਦਾ। ਹੁਕਮ ਬੁੱਝਣ ਤੋਂ ਬਾਅਦ ਤਾਂ ਫਿਰ ਸੇਵਕ ਬਣਦਾ ਹੈ। ਸੇਵਕ ਕੋ ਸੇਵਾ ਬਣੇ ਹੁਕਮ ਬੂਝ ਪਰਮ ਪਦ। ਫਿਰ ਤਾਂ ਪਦ ਦੀ ਪ੍ਰਾਪਤੀ ਹੁੰਦੀ ਹੈ। ਪਹਿਲਾਂ ਤਾਂ ਹੁਕਮ ਬੁੱਝਣਾ ਸੀ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕੈ ਏਕ ਨ ਉਹ ਜਾਣੋ। ਇਹੀ ਸਮਝਾਉਂਦੇ ਨੇ ਸੰਸਾਰ ਨੂੰ, ਭਾਈ ਤੁਸੀਂ ਉਹਦੀ ਮਹਿਮਾ ਕਿਵੇਂ ਕਰੋਗੇ? ਤੁਸੀਂ ਤਾਂ ਉਹਦੇ ਗੁਣ ਦੀ ਵਿਆਖਿਆ ਹੀ ਨਹੀਂ ਕਰ ਸਕਦੇ, ਉਹ ਗੁਣ ਨੂੰ ਨਹੀਂ ਸਮਝ ਸਕਦੇ। ਹਵਾ ਉਹਨੇ ਕਿਵੇਂ ਬਣਾਤੀ, ਹਵਾ ਤੋਂ ਪਾਣੀ ਕਿਵੇਂ ਬਣਾਤਾ, ਪਾਣੀ ਤੋਂ ਸ੍ਰਿਸ਼ਟੀ ਕਿਵੇਂ ਸਾਜਦੀ, ਫਿਰ ਸਾਰੇ ਦੇ ਅੰਦਰ ਬਹਿ ਗਿਆ, ਬਾਹਰ ਵੀ ਅੰਦਰ ਵੀ, ਕਿਵੇਂ ਆ ਫਿਰ ਇਹ ਸਾਰਾ? ਕੀ ਉਹਦੇ ਗੁਣਾਂ ਦੀ ਤੁਸੀਂ ਮਹਿਮਾ ਕਰੋਗੇ? ਤੁਸੀਂ ਤਾਂ ਆਪਦੇ ਆਪ ਨੂੰ ਜਾਣ ਲਓ, ਇਹੀ ਬਹੁਤ ਹੈ। ਉਹਦਾ ਅੰਤ ਪਾਉਣ ਚਲੇ ਗਏ। ਆਠ ਪਹਿਰ ਪ੍ਰਭ ਬਸੇ ਹਜੂਰੇ, ਕਉ ਨਾਨਕ ਸਹੀ ਜਨ ਪੂਰੇ। ਹਾਂ, ਉਹ ਜਨ ਪੂਰੇ ਹੋ ਜਾਂਦੇ ਨੇ, ਉਹਨਾਂ ਦੀ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਉਹਨਾਂ ਦੀ ਨਾਮ ਦੀ ਭਗਤੀ ਸ਼ੁਰੂ ਹੋ ਜਾਂਦੀ ਹੈ। ਅੱਠੇ ਪਹਿਰ ਉਹਦੇ ਗੁਣ ਗਾਉਂਦੇ ਨੇ ਉਹ। ਮਨ ਮੇਰੇ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਨ ਦੇ। ਹਾਂ, ਸਤਿਗੁਰ ਸਮਝਾਉਂਦੇ ਨੇ, ਜੇ ਕੋਈ ਐਸਾ ਗੁਰਸਿੱਖ ਸੰਸਾਰ ਦੇ ਵਿੱਚ ਕਿਤੇ ਕਿਰਪਾ ਰਹਿਮਤ ਹੋ ਚੁੱਕੀ ਹੈ, ਤੁਸੀਂ ਵੀ ਉਹਦੇ ਨਾਲ ਮਿਲ ਕੇ ਭਾਈ ਇਹਨੂੰ ਵਿਚਾਰੋ, ਉਹਦੀ ਓਟ ਲਓ। ਜਿਵੇਂ ਉਹ ਪਾਰ ਨਿਕਲਿਆ ਤੁਹਾਨੂੰ ਉਹ ਸਮਝਾਊਗਾ। ਹਰ ਜਨ ਮੁਕਤ ਜੁਗਤ ਜੀ ਕਾ ਦਾਤਾ, ਉਹ ਮੁਕਤੀ ਦੀ ਵਿਧੀ ਹੁੰਦੀ ਹੈ, ਉਹਨੂੰ ਸਮਝ ਹੁੰਦੀ ਹੈ, ਦੂਏ ਨੂੰ ਸਮਝਾਉਣ ਜੋਗਾ ਕੁਦਰਤ ਦੀ ਰਹਿਮਤ ਹੋ ਚੁੱਕੀ ਹੁੰਦੀ ਹੈ। ਤੇ ਆਪਾਂ ਵੀ ਉਹਦੀ ਓਟ ਲਈਏ। ਮਨ ਤਨ ਆਪਣਾ ਤਿਨ ਜਨ ਦੇ। ਮਨ ਤਨ ਹੁੰਦਾ ਹੈ ਆਪਣੀ ਬੁੱਧੀ ਜਿਹੜੀ ਹੈਗੀ ਹੈ, ਇਹਦੀ ਸਮਾਪਤੀ ਕਰਨੀ ਹੈ। ਇਹਦੀ ਜਿਹੜੀ ਆਪਣੀ ਵਿਚਾਰ ਹੈ ਅੱਗੇ ਨਹੀਂ ਰੱਖਣੀ। ਕਿਉਂਕਿ ਸਾਨੂੰ ਵਚਨ ਨੇ ਸਤਿਗੁਰਾਂ ਦੇ ਆਨੰਦ ਸਾਹਿਬ 'ਚ, ਲਵ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਨਾ ਮਨਾ ਕਰਦੀ ਹੈ ਬਾਣੀ ਮਨ ਨੂੰ ਬੋਲਣ ਨੂੰ। ਲੋਭ ਦੀ ਗੱਲ ਨਹੀਂ ਕਰਨੀ, ਹੰਕਾਰ ਦੀ ਕੁਛ ਨਹੀਂ ਗੱਲ ਕਰਨੀ, ਕਿਉਂਕਿ ਜੋ ਹੋ ਰਿਹਾ ਸਭ ਕੁਦਰਤ ਦੇ ਹੁਕਮ 'ਚ ਤਾਂ ਹੋ ਰਿਹਾ ਵਾ। ਜੇ ਅਸੀਂ ਵਿਰੋਧ ਕਰਦੇ ਰਹੇ ਫਿਰ ਜੋੜ ਹੀ ਨਹੀਂ ਸਕਦੇ ਹੁਕਮ ਨਾਲ। ਜਿਨ ਜਨ ਆਪਣਾ ਪ੍ਰਭੂ ਪਸਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਜਿਹੜੀਆਂ ਆਤਮਾ ਨੇ, ਗੁਰਸਿੱਖਾਂ ਨੇ ਕਮਾਈ ਕਰਕੇ ਆਪਦੇ ਪ੍ਰਭੂ ਦੀ ਪਛਾਣ, ਆਪਦੇ ਦਰਸ਼ਨ ਕਰ ਲਏ, ਜਿਨ੍ਹਾਂ ਨੇ ਹੁਕਮ ਦਾ ਦਰਸ਼ਨ ਕਰ ਲਿਆ, ਉਹ ਸਰਬ ਥੋਕ ਕਾ ਦਾਤਾ ਨੂੰ ਸਮਝ ਆ ਗਈ। ਸਾਰਾ ਕੁਛ ਤਾਂ ਉਹਦਾ। ਆਪਾਂ ਆਨੰਦ ਸਾਹਿਬ ਦੇ ਬਚਨ ਲੈ ਲਏ ਸਤਿਗੁਰਾਂ ਨੂੰ, ਕਰਤਾ ਤੇਰੀ ਸਭ ਕਿਛ ਜਿਸ ਦੇਸ ਹੋ ਭਾਵ। ਜੋ ਸਾਰਾ ਕੁਛ ਹੀ ਉਹਦਾ, ਥੋਕੀ ਹੈ ਸਾਰਾ ਕੁਛ ਹੀ ਉਹਦਾ। ਉਹਨੂੰ ਸਮਝ ਆ ਗਈ। ਉਹ ਜਾਣ ਲੈਂਦੇ ਨੇ ਵੀ ਉਹਦੀ ਕਿਰਪਾ ਤੋਂ ਬਿਨਾਂ ਕੋਈ ਕੁਛ ਨਹੀਂ ਪਾ ਸਕਦਾ ਭਾਈ। ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੇ ਦਰਸ ਸਭ ਪਾਪ ਮਿਟਾਵੈ। ਐਸੇ ਗੁਰਸਿੱਖ ਨਾਲ ਵਿਚਾਰ ਕਰਕੇ, ਉਹਦੀ ਸਰਨ ਵਿਚਾਰ ਕਰਕੇ, ਉਹਦੇ ਦਰਸ਼ਨ ਬੁੱਧੀ, ਉਹਦੇ ਗਿਆਨ ਨਾਲ ਪਾਪ ਮਿਟਾਉਣ ਤੋਂ ਭਾਵ ਹੈ ਜਿਹੜਾ ਮਨ ਵਿਰੋਧ ਕਰਦਾ ਫਿਰ ਹਟ ਜਾਂਦਾ ਹੈ। ਪਾਪ ਹੀ ਇਹ ਹੁਕਮ ਦਾ ਵਿਰੋਧ ਕਰਦਾ। ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਫਿਰ ਹੁਕਮ ਦਾ ਵਿਰੋਧ ਕਰਨ ਵਾਲਾ ਕੋਈ ਸੁਖੀ ਗਿਆ ਹੈ? ਤੂੰ ਦੇਖਦੇ ਹੀ ਅੱਜ ਕੀ ਹਾਲ ਹੈ ਧਰਮ ਦੀ ਦੁਨੀਆ ਦਾ। ਤਿਸ ਕੀ ਸਰਨ ਸਰਬ ਸੁਖ ਪਾਵੇ। ਜੀ ਉਹ ਗੁਰਸਿੱਖ ਵਿਚਾਰਦੇ ਰਹਿੰਦੇ ਨੇ ਬਾਣੀ, ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤਿਸ ਕੇ ਦਰਸ ਸਭ ਪਾਪ ਮਿਟਾਵੈ। ਪਾਪ ਮਿਟ ਜਾਂਦੇ ਨੇ, ਮਨ ਹੁਕਮ ਵਿਰੋਧ ਛੱਡ ਜਾਂਦਾ ਵਾ, ਉਹ ਵੀ ਭਾਣੇ 'ਚ ਆ ਜਾਂਦਾ ਹੈ। ਅਵਰ ਸਿਆਣਪ ਸਗਲੀ ਸਾਡ, ਤਿਸ ਜਨ ਕੀ ਤੂੰ ਸੇਵਾ ਲਾਗ। ਸਾਰੀ ਸਿੱਖ ਸੰਗਤ ਨੇ ਇਹੀ ਕੰਮ ਕਰਨਾ ਭਾਈ। ਆਪਾਂ ਰਲ ਮਿਲ ਕੇ ਵਿਚਾਰ ਕਰਨੀ ਹੈ, ਭਗਤ ਗੁਰੂਆਂ ਦੇ ਦਸਾਏ ਰਾਹ 'ਤੇ ਆਪਾਂ ਚੱਲਣਾ ਹੈ। ਸੰਤ ਜਨਾਂ ਦੀ ਬਾਣੀ ਹੈ, ਇਹਨਾਂ ਦੀ ਆਪਾਂ ਓਟ ਆਸਰਾ ਲੈਣਾ। ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈ। ਜਿਹੜੇ ਗੁਰੂ ਭਗਤਾਂ ਦੇ ਦਸਾਏ ਰਾਹ 'ਤੇ ਚੱਲਣਗੇ, ਗੁਰਸ਼ਬਦ ਦੀ ਕਮਾਈ ਕਰਨਗੇ, ਉਹਨਾਂ ਦਾ ਆਉਣਾ ਜਾਣਾ ਖਤਮ ਹੋਊਗਾ, ਸੱਚਖੰਡ ਦੇ ਵਾਸੀ ਬਣ ਜਾਣਗੇ। ਐਸਾ ਜਨ ਕੋਈ ਜਿਹੜਾ ਹੈਗਾ ਗੁਰਸਿੱਖ ਜਿਹੜਾ ਸਮਝਾਉਂਦਾ ਵਾ, ਉਹਦੇ ਪੈਰ ਕੀ ਹੈ? ਅਸੀਂ ਚਰਨਾਂ ਦੀ ਗੱਲ ਨਹੀਂ ਕਰਦੇ, ਪੈਰ ਉਹਦੇ ਗੁਣ ਨੇ। ਬਾਣੀ ਗੁਣਾਂ ਦੀ ਗੱਲ ਕਰਦੀ ਹੈ। ਆਤਮਾ ਦੇ ਪੈਰ ਨਹੀਂ ਹੁੰਦੇ, ਆਤਮਾ ਦੇ ਗੁਣ ਹੁੰਦੇ ਨੇ, ਸਰੀਰ ਦੇ ਪੈਰ ਹੁੰਦੇ ਨੇ। ਐਸੇ ਜਨ ਦੇ ਪੂਜੋ ਸਦ ਪੈਰਾ। ਐਸੇ ਜਨ ਨਾਲ ਮਿਲ ਕੇ ਉਹ ਗੁਣਾਂ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਆਪਾਂ ਜਿੰਨੀ ਕੁਦਰਤ ਆਪਾਂ ਨੂੰ ਮਦਦ ਦਊ, ਆਪਾਂ ਅੱਗੇ ਵੀ ਕਹਾਂ ਦੂਜੀਆਂ ਅਸ਼ਟਪਦੀਆਂ ਰਹਿੰਦੀਆਂ ਉਹ ਵਿਚਾਰਾਂਗੇ, ਪਰ ਆਪਾਂ ਸਾਰੇ ਮਿਲ ਕੇ ਇਹਨੂੰ ਸਮਝੀਏ, ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।